ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਪ੍ਰੋਗਰਾਮ ਖਬਰ ਪੜਤਾਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਨਾਲ ਦੀ ਨਾਲ ਸਵਾਗਤ ਕਰਦੇ ਹਾਂ ਜੀ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਸਤਿ ਸ਼੍ਰੀ ਅਕਾਲ ਜੀ। ਦਰਸ਼ਕਾਂ ਦਾ ਵੀ ਅਸੀਂ ਹਮੇਸ਼ਾ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਹੀ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਅਗਰ ਖਬਰਾਂ ਦੀ ਗੱਲ ਕਰੀਏ ਤਾਂ ਗੱਲ ਕਰਾਂਗੇ ਖਾਸ ਤੌਰ ਤੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਭਗਵੰਤ ਮਾਨ ਜੋ ਸਾਡੇ ਮੁੱਖ ਮੰਤਰੀ ਨੇ, ਕਿਸ ਦੇ ਨਾਲ ਉਹਨਾਂ ਦੀ ਕਿਸ ਮੁੱਦੇ ਤੇ ਤਕਰਾਰ ਹੋਈ, ਕਿਹੜੇ ਮੁੱਦਿਆਂ ਤੇ ਬਹਿਸ ਚੱਲ ਰਹੀ ਹੈ। ਅੱਜ ਦਾ ਦਿਨ ਵੀ ਬਹੁਤ ਖਾਸ ਰਹਿਣ ਵਾਲਾ ਹੈ। ਅਗਨੀਪਥ ਮੁੱਦੇ ਤੇ ਬਹਿਸ ਹੋਣੀ ਹੈ, ਨਾਲ ਦੀ ਨਾਲ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਵੀ ਬਹਿਸ ਹੋਣੀ ਹੈ। ਕੀ ਨਿਕਲ ਕੇ ਆਏਗਾ, ਉਸ ਦੀ ਸੰਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਡੱਲਾ ਜੀ, ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਲਾਈਵ ਇੱਕ ਤਾਂ ਵਿਧਾਨ ਸਭਾ ਦਾ ਜਦ ਸੈਸ਼ਨ ਚੱਲ ਰਿਹਾ ਹੈ, ਸਾਰੇ ਲੋਕ ਬੜੇ ਧਿਆਨ ਨਾਲ ਵੇਖ ਰਹੇ ਨੇ, ਸੁਣ ਰਹੇ ਨੇ, ਤਾਂ ਉਸ ਸੈਸ਼ਨ ਵਿੱਚ ਸਾਫ਼ ਤੌਰ ਤੇ ਵੇਖਣ ਨੂੰ ਆ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲ ਰਹੀ ਹੈ, ਕਿਉਂਕਿ ਵਿਰੋਧੀ ਧਿਰਾਂ ਵੱਲੋਂ ਕੋਈ ਜ਼ਿਆਦਾ ਜਵਾਬ ਕਰਨ ਵਾਲਾ ਨਹੀਂ ਦਿਖ ਰਿਹਾ। ਸੋ ਆਪਣੇ ਸਵਾਲਾਂ ਨਾਲ, ਆਪਣੀਆਂ ਗੱਲਾਂ ਨਾਲ ਵਿਰੋਧੀਆਂ ਨੂੰ ਧੋਂਦੇ ਨਜ਼ਰ ਆ ਰਹੇ ਨੇ ਭਗਵੰਤ ਮਾਨ। ਸਿਰਫ ਸੁਖਪਾਲ ਖਹਿਰਾ ਅਤੇ ਪ੍ਰਤਾਪ ਬਾਜਵਾ ਨੂੰ ਅਸੀਂ ਸਮਝ ਪਾ ਰਹੇ ਹਾਂ ਕਿ ਉਹ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਬਹਿਸ ਕਰਦੇ ਨਜ਼ਰ ਆ ਰਹੇ ਨੇ। ਤੁਹਾਡੇ ਤੋਂ ਸਮਝਣਾ ਚਾਹਾਂਗੇ, ਕਿਵੇਂ ਬਿਆਨ ਕਰੋਗੇ ਤੁਸੀਂ ਵਿਧਾਨ ਸਭਾ ਦੇ ਇਸ ਸੈਸ਼ਨ ਨੂੰ? ਦੇਖੋ, ਵਿਧਾਨ ਸਭਾ ਦਾ ਸੈਸ਼ਨ ਲਾਈਵ ਚੱਲ ਰਿਹਾ ਹੈ। ਪੰਜਾਬ ਦੇ ਲੋਕ ਬੜੇ ਸੂਝਵਾਨ ਨੇ ਔਰ ਜਿਹੜੇ ਲੋਕ ਲਗਾਤਾਰ ਵਿਧਾਨ ਸਭਾ ਦਾ ਸੈਸ਼ਨ ਦੇਖ ਰਹੇ ਨੇ, ਉਹ ਬਹੁਤ ਚੰਗੇ ਅੰਦਾਜ਼ੇ ਇਸ ਸੈਸ਼ਨ ਨੂੰ ਲੈ ਕੇ ਲਗਾ ਰਹੇ ਨੇ। ਓਪੀਨੀਅਨ ਪੋਲੀਟੀਕਲ ਲੋਕਾਂ ਦਾ ਇਸ ਸੈਸ਼ਨ ਨੂੰ ਲੈ ਕੇ ਉਹ ਬਣਾ ਰਹੇ ਨੇ। ਕਈ ਗੱਲਾਂ ਨਵੀਆਂ ਨੇ, ਕੁਝ ਗੱਲਾਂ ਚੰਗੀਆਂ ਨੇ ਤੇ ਕੁਝ ਗੱਲਾਂ ਮੈਨੂੰ ਲੱਗਦਾ ਹੈ ਕਿ ਉਹ ਸੋਚ ਬਦਲਣ ਦੀ ਜ਼ਰੂਰਤ ਹੈ। ਪਹਿਲੀ ਤਾਂ ਗੱਲ ਇਹ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜੀ ਸੱਤਾਧਾਰੀ ਧਿਰ ਹੈ ਉਹ ਸਾਨੂੰ ਹਾਵੀ ਦਿਖਾਈ ਦੇ ਰਹੀ ਹੈ ਬਹੁਤ ਸਾਰੇ ਮੁੱਦਿਆਂ ਤੇ। ਉਹਦਾ ਕਾਰਨ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਜਦੋਂ ਕਹਿੰਦਾ ਹੁੰਦਾ ਸੀ ਵੀ ਕਰਪਸ਼ਨ ਨਹੀਂ ਹੋਣੀ ਚਾਹੀਦੀ, ਕਾਂਗਰਸ ਦਾ 5 ਸਾਲ ਮਾਫੀਆ ਰਾਜ ਦਾ ਰਿਹਾ, ਤੇ ਉਸ ਮਾਫੀਏ ਦੇ ਮੁੱਦੇ ਤੇ ਪੁਰਾਣੀਆਂ ਕਰਪਸ਼ਨਾਂ ਕੱਢ ਕੇ, ਕੈਪਟਨ ਅਮਰਿੰਦਰ ਸਰਕਾਰ ਦੀਆਂ ਕਮੀਆਂ ਕੱਢ ਕੇ, ਕਦੇ ਉਹ ਜਿਹੜਾ ਉੱਤਰ ਪ੍ਰਦੇਸ਼ ਦਾ ਗੈਂਗਸਟਰ ਕਹਿੰਦੇ ਸੀ ਜਿਹਨੂੰ ਮੁਖਤਾਰ ਅੰਸਾਰੀ, ਉਹ ਜੇਲ੍ਹ 'ਚ ਕਿਵੇਂ ਰਿਹਾ, ਜੇਲ੍ਹ ਮੰਤਰੀ ਨੇ ਜਿਹੜੀਆਂ ਗੱਲਾਂ ਕੱਢ ਕੇ ਲਿਆਉਂਦੀਆਂ, ਫਿਰ ਕਿਵੇਂ ਜੰਗਲਾਂ ਦੀ ਜ਼ਮੀਨ ਹੈ ਜਿਹੜੀ, ਜਾਂ ਪੰਚਾਇਤੀ ਜ਼ਮੀਨਾਂ, ਜਾਂ ਜਿਵੇਂ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਵੀ ਜਿਹੜੀਆਂ ਜ਼ਮੀਨਾਂ ਨੇ ਸਰਕਾਰੀ ਉਹ ਆਪਣੇ ਅਧੀਨ ਕੀਤੀਆਂ ਹੋਈਆਂ ਅਸੀਂ ਛੁਡਾਵਾਂਗੇ। ਔਰ ਮਾਈਨਿੰਗ ਦੇ ਉੱਤੇ ਜਿਹੜੀ ਗੱਲ ਆਈ ਕਿ ਇੰਨਾ ਵੱਡਾ ਘਾਟਾ ਪਿਛਲੇ ਸਮਿਆਂ ਦੇ ਵਿੱਚ ਪਿਆ, ਇਹ ਸਾਰੇ ਉਹ ਮੁੱਦੇ ਨੇ। ਔਰ ਜਿਹੜੀ ਸਿਆਸੀ ਟੀਚਰ ਭਗਵੰਤ ਮਾਨ ਕਰਦੇ ਨੇ ਵਿਧਾਨ ਸਭਾ 'ਚ ਵਾਰ-ਵਾਰ ਜੀ ਕਿ ਜੇਲ੍ਹਾਂ ਅਸੀਂ ਵਧੀਆ ਬਣਾਵਾਂਗੇ, ਤੁਸੀਂ ਚਿੰਤਾ ਨਾ ਕਰੋ। ਜਦੋਂ ਪ੍ਰਤਾਪ ਬਾਜਵਾ ਨੇ ਜੇਲ੍ਹਾਂ ਦੀ ਸੁਧਾਰ ਦੀ ਗੱਲ ਚੱਕੀ, ਅਸਲ 'ਚ ਜਿਹੜੇ ਕਾਂਗਰਸ ਦੇ ਪਿਛਲੇ 5 ਸਾਲ ਦੇ ਰਾਜ ਰਹੇ 'ਚ ਕੋਈ ਦੋ ਰਾਏ ਨਹੀਂ, ਉਹ 'ਚ ਬਹੁਤ ਲੋਕ ਕਰਪਟ ਰਹੇ ਨੇ। ਹੁਣ ਚਾਹੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਨੇ, ਚਾਹੇ ਕਾਂਗਰਸੀ ਲੀਡਰ ਕਹੀ ਜਾਣ ਵੀ ਜਿਹੜੇ ਕਰਪਟ ਸੀ, ਜਿਹੜੇ ਗਲਤ ਸੀ, ਉਹਨਾਂ ਨੂੰ ਫੜ ਕੇ ਅੰਦਰ ਦੇ ਦਿਓ, ਅਸੀਂ ਕੌਣ ਰੋਕਦੇ ਹਾਂ। ਪਰ ਓਵਰਆਲ ਜਿਹੜੀ ਪਿਛਲੀ ਸਰਕਾਰ ਦੀ ਇਮੇਜ ਹੈ ਕਾਂਗਰਸ ਦੀ, ਸੱਤਾਧਾਰੀ ਧਿਰ ਉਹਨੂੰ ਇਹ ਬਣਾਉਣ 'ਚ ਕਾਮਯਾਬ ਹੋ ਗਈ ਕਿ ਕਾਂਗਰਸ ਦੀ ਪਿਛਲੀ ਸਰਕਾਰ ਸੀ ਜਿਹੜੀ, ਉਹਦੇ 'ਚ ਕਰਪਸ਼ਨ ਬਹੁਤ ਜ਼ਿਆਦਾ ਹੋਈ ਹੈ। ਔਰ ਉਹਦੇ 'ਚ ਭਾਵੇਂ ਪੁਰਾਣੇ 1-2 ਮੰਤਰੀ ਉਹਨਾਂ ਦੇ ਨਾਮ ਆਏ ਨੇ, ਇੱਥੋਂ ਤੱਕ ਭਗਵੰਤ ਮਾਨ ਨੇ ਸਿਆਸੀ ਟੀਚਰ ਕੀਤੀ ਕਿ ਕਈ ਤਾਂ ਪਹਿਲਾਂ ਹੀ ਘਬਰਾ ਕੇ ਅਦਾਲਤਾਂ 'ਚ ਚਲੇ ਗਏ। ਭਗਵੰਤ ਮਾਨ ਕਹਿੰਦੇ ਅਸੀਂ ਕਰਾਂਗੇ ਕਾਰਵਾਈ, ਜਿਹੜੇ ਵੀ ਕਿਤੇ ਨਾ ਕਿਤੇ ਜ਼ਿੰਮੇਦਾਰ ਹੋਣਗੇ। ਸੋ ਇਹਦਾ ਮਤਲਬ ਹੈ, ਤੁਸੀਂ ਦੇਖੋ, ਜਿਹਦੇ ਬਾਰੇ ਭਗਵੰਤ ਮਾਨ ਨੇ ਕਿਹਾ ਅਦਾਲਤਾਂ 'ਚ ਚਲੇ ਗਏ ਅਗਾਊਂ ਜ਼ਮਾਨਤਾਂ ਲਈ, ਜਾਂ ਇਹ ਕਹਿਣ ਲਈ ਕਿ ਸਾਨੂੰ ਵਿਜੀਲੈਂਸ ਦੀ ਪੁੱਛਗਿੱਛ ਸ਼ਾਮਲ ਕਰੋ, ਇਹ ਉਹ ਲੋਕ, ਇਹਨਾਂ 'ਚ ਉਹ ਲੋਕ ਵੀ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਤੇ ਸਵਾਲ ਚੱਕਦੇ ਸੀ। ਕਹਿੰਦੇ ਸੀ ਨਵਜੋਤ ਸਿੰਘ ਸਿੱਧੂ ਡਿਸਪਲਿਨਡ ਨਹੀਂ। ਔਰ ਨਵਜੋਤ ਸਿੰਘ ਸਿੱਧੂ ਨੇ ਸਿਰਫ ਇੱਕ ਗੱਲ ਨਹੀਂ ਕਿਸੇ ਦੀ ਮੰਨੀ, ਉਹ ਕਰਪਸ਼ਨ ਨਹੀਂ ਸੀ ਬਰਦਾਸ਼ਤ ਕਰ ਸਕਦਾ। ਸਿੱਧੂ ਦੀ ਕਹੇ ਤੇ ਟਿਕਟਾਂ ਨਹੀਂ ਦਿੱਤੀਆਂ, ਅਫਸਰਾਂ ਦੀਆਂ ਨਿਯੁਕਤੀਆਂ ਨਹੀਂ ਹੋਈਆਂ, ਉਹ ਗੱਲ ਸਮਝ ਆਉਂਦੀ ਹੈ, ਪਰ ਕਰਪਸ਼ਨ ਨਹੀਂ ਸੀ ਨਵਜੋਤ ਸਿੰਘ ਸਿੱਧੂ ਬਰਦਾਸ਼ਤ ਕਰ ਸਕਦਾ, ਬਿਲਕੁਲ। ਔਰ ਕਰਪਸ਼ਨ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਲੜਿਆ। ਔਰ ਅਗਰ ਕਾਂਗਰਸ ਨੇ ਕਰਪਸ਼ਨ ਦੇ ਖਿਲਾਫ ਸਖਤ ਸਟੈਂਡ ਲਿਆ ਹੁੰਦਾ ਤੇ ਜਿਵੇਂ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਭਗਵੰਤ ਮਾਨ ਨੇ ਕਾਂਗਰਸੀਆਂ ਦੀ ਤੇ ਵਿਰੋਧੀ ਧਿਰਾਂ ਦੀ ਸਿਆਸੀ ਫੱਟੀ ਪੋਚੀ ਹੈ, ਪੰਜਾਬੀ 'ਚ ਜੇ ਮੈਂ ਕਹਾਂ ਭਗਵੰਤ ਮਾਨ ਨੇ, ਮੁੱਖ ਮੰਤਰੀ ਨੇ ਕਹਿ ਦੇਵਾਂ, ਕਿਤੇ ਨਾ ਕਿਤੇ ਉਹਨਾਂ ਨੂੰ ਸਿਆਸੀ ਸ਼ੀਸ਼ਾ ਦਿਖਾਤਾ ਕਈ ਲੋਕਾਂ ਨੂੰ। ਇਹ 'ਚ ਕੋਈ ਦੋ ਰਾਏ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ 'ਚ ਮੈਨੂੰ ਪੂਰੀ ਵਿਧਾਨ ਸਭਾ ਦੇ ਵਿੱਚ
ਪ੍ਰਤਾਪ ਸਿੰਘ ਬਾਜਵਾ ਔਰ ਸੁਖਪਾਲ ਖਹਿਰਾ, ਇਹਨਾਂ ਦੋਹਾਂ ਤੋਂ ਇਲਾਵਾ ਉਂਝ ਤਾਂ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਆਪਣੀ ਆਪਣੀ ਗੱਲ ਚੱਕੀ ਹੈ, ਪਰ ਇਹ ਦੋ ਅਜਿਹੇ ਲੀਡਰ ਦਿਖੇ ਨੇ ਜਿਹੜੇ ਹਰ ਗੱਲ ਤੇ ਸਰਕਾਰ ਦੇ ਨਾਲ ਜੱਫਾ ਪਾਉਂਦੇ ਨੇ। ਜਿੱਥੇ ਕੋਈ ਕਮੀ ਲੱਗਦੀ ਹੈ ਜਾਂ ਜਿੱਥੇ ਕੋਈ ਸਪਸ਼ਟੀਕਰਨ ਚਾਹੀਦਾ ਹੈ, ਔਰ ਰਾਜ ਸਭਾ ਦੇ ਮੈਂਬਰਾਂ ਦੇ ਮੁੱਦਿਆਂ ਦੀ ਵੀ ਜਦੋਂ ਬਹਿਸ ਹੋ ਰਹੀ ਸੀ, ਉਦੋਂ ਭਾਵੇਂ ਭਗਵੰਤ ਮਾਨ ਨੇ ਸਿਆਸੀ ਟਿਚਰਾਂ ਵੀ ਕਰਤੀਆਂ ਸੁਖਪਾਲ ਖਹਿਰੇ ਨੂੰ, ਪਰ ਸੁਖਪਾਲ ਖਹਿਰਾ ਨੇ ਫੇਰ ਉਹ ਗੱਲ ਕਹਿਤੀ ਜਦੋਂ ਕਿਹਾ ਭਗਵੰਤ ਮਾਨ ਨੇ ਵੀ ਸਾਡੇ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਵਿੱਚੋਂ ਹਾਰੇ ਹੋਏ ਕੋਈ ਨਹੀਂ, ਨਕਾਰੇ ਹੋਏ ਕੋਈ ਨਹੀਂ, ਤੇ ਉਦੋਂ ਸੁਖਪਾਲ ਖਹਿਰਾ ਖੜੇ ਹੋਏ ਤੇ ਉਹ ਕਹਿੰਦੇ 2019 ਚ ਰਾਘਵ ਚੱਡਾ ਜੀ ਦਿੱਲੀੋਂ ਹਾਰੇ ਸੀ। ਉਸ ਗੱਲ ਤੇ ਹੋਰ ਜ਼ਿਆਦਾ ਗੁੱਸਾ ਲੱਗਿਆ ਸੱਤਾ ਧਿਰ ਵਾਲਿਆਂ ਨੂੰ, ਪਰ ਸੁਖਪਾਲ ਖਹਿਰਾ ਨੇ ਜਿਹੜੀਆਂ ਗੱਲਾਂ ਚੱਕਣੀਆਂ ਸੀ ਉਹ ਚੱਕੀਆਂ ਸਮੇਂ-ਸਮੇਂ ਤੇ। ਔਰ ਮੈਨੂੰ ਇਹ ਲੱਗਦਾ ਜਿਵੇਂ ਫਿਰ ਭਗਵੰਤ ਮਾਨ ਉਹਨਾਂ ਨੇ ਉਹ ਵੀ ਗੱਲ ਤੋਰ ਲਈ ਵੀ ਕਈ ਲੋਕ ਅੰਗਰੇਜ਼ੀ ਜ਼ਿਆਦਾ, ਇੱਕ ਤਰੀਕੇ ਨਾਲ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਅੰਗਰੇਜ਼ੀ ਜ਼ਿਆਦਾ ਬੋਲਦੇ ਨੇ ਕਈ ਲੋਕ। ਉਸ ਗੱਲ ਨਾਲ ਮੈਂ ਵੀ ਸਹਿਮਤ ਹਾਂ। ਸਾਡੇ ਪੰਜਾਬ ਦੀ ਵਿਧਾਨ ਸਭਾ ਹੈ, ਟੈਲੀਵਿਜ਼ਨਾਂ ਦੇ ਵਿਧਾਨ ਸਭਾ ਦਾ ਸੈਸ਼ਨ ਲਾਈਵ ਹੈ। ਸਾਡੇ ਪਿੰਡਾਂ 'ਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇੰਨਾ ਮੌਕਾ ਨਹੀਂ ਮਿਲ ਸਕਿਆ ਕਿ ਉਹ ਜ਼ਿੰਦਗੀ 'ਚ ਜ਼ਿਆਦਾ ਪੜ੍ਹ ਸਕਣ। ਨਾਲੇ ਸਾਡੇ ਪੁਰਾਣੇ ਬਜ਼ੁਰਗਾਂ ਦੇ ਸਮੇਂ 'ਚ ਕੋਈ ਇੰਨੀ ਜ਼ਿਆਦਾ ਅੰਗਰੇਜ਼ੀ 'ਚ ਕਿਸੇ ਨੂੰ ਮਹਾਰਤ ਨਹੀਂ ਸੀ ਹੁੰਦੀ ਵੀ ਉਹ ਪੜ੍ਹਾ ਹੀ ਦੇਵੇ ਅੰਗਰੇਜ਼ੀ। ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਵੈਸੇ ਹੀ ਪਹਿਲਾਂ 5ਵੀਂ ਜਮਾਤ ਤੋਂ ਸ਼ੁਰੂ ਹੁੰਦੀ ਸੀ। ਸੋ ਇਸ ਕਰਕੇ ਜਿਹੜੇ ਸਾਡੇ ਲੀਡਰ ਨੇ ਇਹ ਚੰਗੇ ਚੰਗੇ ਸਕੂਲਾਂ 'ਚ ਪੜ੍ਹੇ ਹੋਏ ਨੇ, ਭਾਵੇਂ ਉਹ 'ਚ ਸੁਖਪਾਲ ਖਹਿਰਾ ਨੇ ਜਾਂ ਪ੍ਰਤਾਪ ਬਾਜਵਾ ਨੇ। ਇੱਕ ਗੱਲ ਤਾਂ ਠੀਕ ਹੈ ਭਗਵੰਤ ਮਾਨ ਦੀ ਕਿ ਪੰਜਾਬ ਉਂਝ ਤਾਂ ਵਿੱਚ ਅੰਗਰੇਜ਼ੀ ਭਗਵੰਤ ਮਾਨ ਵੀ ਬੋਲਦੇ ਨੇ, ਚਲੋ ਉਹ ਸੁਭਾਅ ਬਣ ਜਾਂਦਾ ਅਫਸਰਾਂ 'ਚ ਰਹਿਣ ਕਰਕੇ। ਪਰ ਮੈਨੂੰ ਇਹ ਲੱਗਦਾ ਕਿ ਸਾਡੇ ਲੀਡਰਾਂ ਨੂੰ ਵਿਧਾਨ ਸਭਾ 'ਚ ਜਾ ਕੇ ਸਿਰਫ ਪੰਜਾਬੀ ਬੋਲਣੀ ਚਾਹੀਦੀ ਹੈ, ਕਿਉਂਕਿ ਇਹ ਪੰਜਾਬ ਦੀ ਵਿਧਾਨ ਸਭਾ ਹੈ। ਬਾਹਰ ਆ ਕੇ ਮਾਰ ਲੈਣ ਅੰਗਰੇਜ਼ੀ, ਕੋਈ ਦਿੱਕਤ ਨਹੀਂ। ਘੋਟ ਲੈਣ ਜਿੰਨੀ ਅੰਗਰੇਜ਼ੀ ਘੋਟਣੀ ਹੈ, ਜਿਹਨੂੰ ਚਾਅ ਜ਼ਿਆਦਾ ਅੰਗਰੇਜ਼ੀ ਦਾ, ਕੋਈ ਉਹਦੇ 'ਚ ਦਿੱਕਤ ਨਹੀਂ ਜੀ। ਪਰ ਵਿਧਾਨ ਸਭਾ 'ਚ ਇਸ ਕਰਕੇ ਪੰਜਾਬੀ ਬੋਲਣ ਕਿ ਪੰਜਾਬ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਤਾਂ ਅੰਗਰੇਜ਼ੀ ਆਉਂਦੀ ਆ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ, ਜਿਨ੍ਹਾਂ ਨੂੰ ਅੰਗਰੇਜ਼ੀ ਮੇਰੇ ਵਰਗਿਆਂ ਨੂੰ ਨਹੀਂ ਆਉਂਦੀ, ਹੁਣ ਉਹਨਾਂ ਕੋਲੇ ਤਾਂ ਕੋਈ ਇਹੋ ਜਿਹਾ ਸਾਧਨ ਵੀ ਨਹੀਂ ਹੈਗਾ ਵੀ ਭਾਈ ਸਾਨੂੰ ਇਹਨਾਂ ਦੀ ਅੰਗਰੇਜ਼ੀ ਦਾ ਲੱਥਾ ਕਰਕੇ ਦੱਸ ਦਿਓ। ਸੋ ਇਸ ਕਰਕੇ ਜੇ ਪੰਜਾਬੀ ਬੋਲ ਲਈ ਜਾਵੇ ਤੇ ਕੋਈ ਹਰਜ ਨਹੀਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਔਰ ਅਗਰ ਪੰਜਾਬੀ ਬੋਲਣਗੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਨਾਲ ਇਹਨਾਂ ਦੀ ਸ਼ਾਨ ਵਧੂਗੀ ਕਿ ਸਾਡੀ ਪੰਜਾਬ ਦੀ ਵਿਧਾਨ ਸਭਾ ਹੈ, ਤੇ ਤਾਂ ਹੀ ਅਸੀਂ ਰੌਲਾ ਪਾ ਸਕਾਂਗੇ ਭਾਰਤ ਸਰਕਾਰ ਨੂੰ ਵੀ ਭਾਈ ਪੰਜਾਬੀ ਤੁਸੀਂ ਕਿਸੇ ਤਰੀਕੇ ਨਾਲ ਇਹਨੂੰ ਰੱਦ ਕਰਨ ਦੀ ਕੋਸ਼ਿਸ਼ ਨਾ ਕਰੋ ਪੰਜਾਬੀ ਨੂੰ। ਜੀ ਜੇ ਕੈਨੇਡਾ 'ਚ ਦੂਜੀ ਭਾਸ਼ਾ ਪੰਜਾਬੀ ਹੈ ਤੇ ਉਹ ਤਾਂ ਹੀ ਹੈ ਕਿਉਂਕਿ ਲੋਕ ਉੱਥੇ ਸੰਗਦੇ ਨਹੀਂ, ਉੱਥੇ ਪ੍ਰਾਊਡ ਫੀਲ ਕਰਦੇ ਆ, ਮਾਣ ਮਹਿਸੂਸ ਕਰਦੇ ਨੇ ਪੰਜਾਬੀ ਬੋਲਣ ਲੱਗੇ। ਆ ਜਿਹੜਾ ਸ਼ਬਦ ਜਿਵੇਂ ਮੈਂ ਕਹਿਤਾ ਪ੍ਰਾਊਡ ਫੀਲ ਕਰਦੇ ਆ, ਇਹ ਕੁਝ ਸ਼ਬਦ ਤਾਂ ਜਿਹੜੇ ਅੰਗਰੇਜ਼ੀ ਦੇ ਉਹ ਪੰਜਾਬੀ ਦੇ ਹੀ ਬਣ ਗਏ। ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਉਹ ਤਾਂ ਸਰਕਾਰੀ ਹੋਈ ਲਿਖਿਆ ਹੁੰਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਸੋ ਕਈ ਸ਼ਬਦ ਨੇ ਜਿਹੜੇ ਅੰਗਰੇਜ਼ੀ ਵਾਲੇ ਉਹ ਸਾਡੇ ਲੋਕ ਵੀ ਸਮਝਦੇ ਨੇ, ਜਿਹੜੇ ਸਧਾਰਨ ਸ਼ਬਦ ਨੇ। ਪਰ ਜਿਹੜੀ ਬਹੁਤ ਗੁੰਝਲਦਾਰ ਜੀ ਅੰਗਰੇਜ਼ੀ ਹੁੰਦੀ ਹੈ, ਜਿਹਦੇ 'ਚ ਕਹਿੰਦੇ ਆ ਟੈਂਸ ਟੁੰਸ ਜੇ ਬਹੁਤ ਹੁੰਦੇ ਨੇ, ਉਹਦੇ ਤੋਂ ਥੋੜਾ ਜਿਹਾ ਬਚਾਅ ਕਰਨਾ ਚਾਹੀਦਾ ਸਾਡੇ ਲੀਡਰਾਂ ਨੂੰ। ਉਹ ਗੱਲ ਭਗਵੰਤ ਮਾਨ ਦੀ ਠੀਕ ਹੈ ਕਿ ਸਾਡੀ ਪੰਜਾਬੀ ਅਸੀਂ ਉੱਥੇ ਬੋਲੀਏ ਤੇ ਜ਼ਿਆਦਾ ਚੰਗੀ ਗੱਲ ਹੈ, ਪਰ ਸੁਖਪਾਲ ਖਹਿਰਾ ਤੇ ਪ੍ਰਤਾਪ ਬਾਜਵਾ ਇਹਨਾਂ ਨੇ ਬਹੁਤ ਸ਼ਿੱਦਤ ਨਾਲ ਮੁੱਦੇ ਚੱਕੇ ਨੇ। ਔਰ ਕਿਉਂਕਿ ਇਹ ਦੋਨੇ ਲੀਡਰ ਕਰਪਸ਼ਨ ਵਾਲੇ ਦਾਗਾਂ ਤੋਂ ਦੂਰ ਨੇ, ਇਸ ਕਰਕੇ ਲੜਾਈ ਵੀ ਲੈ ਪਾ ਰਹੇ ਨੇ ਭਗਵੰਤ ਮਾਨ ਨਾਲ। ਨਹੀਂ ਤਾਂ ਭਗਵੰਤ ਮਾਨ ਦੀ ਸਰਕਾਰ ਦਾ ਇਸ ਵਕਤ ਇੱਕੋ ਹੀ ਏਜੰਡਾ, ਦੇਖੋ ਬਜਟ ਦੀ ਬਹਿਸ ਦੇ ਵਿੱਚ ਵੀ ਉਹਨਾਂ ਦਾ ਫੋਕਸ ਕਾਂਗਰਸੀਆਂ ਦੀ ਕਰਪਸ਼ਨ ਰਹੀ ਹੈ। ਤੁਸੀਂ ਦੇਖੋ ਜਿਹੜੀ ਭਗਵੰਤ ਮਾਨ ਨੇ ਵੀ ਜਿਹੜਾ ਭਾਸ਼ਣ ਕੀਤਾ ਹੈ, ਉਹ ਇਸ ਤਰ੍ਹਾਂ ਦਾ ਮੈਨੂੰ ਨਹੀਂ ਲੱਗਿਆ ਕਿ ਉਹ ਬਜਟ ਦੇ ਉੱਤੇ ਰਿਪਲਾਈ ਜਾਂ ਬਹਿਸ ਦੇ ਵਿੱਚ ਹਿੱਸਾ ਲੈ ਰਹੇ ਹੋਣ, ਜਵਾਬ ਦੇ ਰਹੇ ਹੋਣ ਬਜਟ ਦਾ। ਉਹਨਾਂ ਨੇ ਤਾਂ ਸਿਆਸੀ ਟਿਚਰਾਂ ਕੀਤੀਆਂ ਨੇ ਕਾਂਗਰਸੀਆਂ ਨੂੰ, ਜਿਹੜੇ ਕਰਪਟ ਨੇ ਭਾਈ। ਜਿਹੜੇ ਇਮਾਨਦਾਰ ਕਾਂਗਰਸੀ ਆ ਉਹਨਾਂ ਨਾਲ ਕੋਈ ਗਿਲਾ ਨਹੀਂ, ਤੁਸੀਂ ਆਪਣੀ ਜੰਗ ਜ਼ਿੰਦਗੀ ਦੀ ਜਾਰੀ ਰੱਖੋ। ਪੰਜਾਬ ਦੇ ਲੋਕ ਜੇ ਤੁਹਾਨੂੰ ਵਿਧਾਨ ਸਭਾ 'ਚ ਭੇਜ ਚੁੱਕੇ ਨੇ ਤੇ ਤੁਸੀਂ ਉਹਨਾਂ ਦੀਆਂ ਉਮੀਦਾਂ ਤੇ ਪੂਰੇ ਉਤਰੋ। ਅੱਛਾ, ਅਕਾਲੀ ਦਲ ਵੀ ਥੋੜਾ ਜਿਹਾ ਮੈਨੂੰ ਅਕਾਲੀ ਦਲ ਨੂੰ ਵੀ ਹਜੇ ਹੋਰ ਸੰਘਰਸ਼ ਕਰਨ ਦੀ ਲੋੜ ਹੈ। ਮੈਂ ਦੇਖਿਆ ਮਨਪ੍ਰੀਤ ਯਾਲੀ ਸਾਹਿਬ ਔਰ ਬਾਕੀ ਇਹਨਾਂ ਦੇ 2 ਮੈਂਬਰ ਉਹ ਤਾਂ ਡਟੇ ਹੋਏ ਨੇ। ਬੀਜੇਪੀ ਵਾਲੇ ਜਿਹੜੇ ਪ੍ਰਧਾਨ ਸੀ ਬੀਜੇਪੀ ਦੇ, ਉਹਨਾਂ ਨੇ ਕਿਸੇ ਸਮਾਗਮ 'ਚ ਜਾਣਾ ਸੀ ਕੱਲ, ਉਹ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਪਹਿਲਾਂ ਹੀ ਨਿਕਲ ਗਏ ਅਸ਼ਵਨੀ ਸ਼ਰਮਾ ਜੀ। ਉਂਝ ਅਸ਼ਵਨੀ ਸ਼ਰਮਾ ਜੀ ਵੀ ਸਰਗਰਮ ਨੇ, ਪਰ ਮੈਂ ਹਰਜੋਤ ਜੀ ਇਹ ਦੇਖ ਰਿਹਾ ਕਿ ਪਾਰਟੀਆਂ ਦੇ ਪ੍ਰਧਾਨ ਕਿੱਥੇ ਨੇ। ਸੁਖਬੀਰ ਬਾਦਲ ਇਸ ਬਜਟ ਸੈਸ਼ਨ ਨੂੰ ਲੈ ਕੇ ਬਹੁਤੇ ਜ਼ਿਆਦਾ ਐਕਟਿਵ ਨਹੀਂ ਲੱਗੇ। ਤੇ ਪਹਿਲਾਂ ਤਾਂ ਜਦੋਂ ਵਿਕਰਮ ਮਜੀਠੀਆ ਵੀ ਬਾਹਰ ਸੀ, ਉਦੋਂ ਤਾਂ ਇਹ ਕਈ ਵਾਰੀ ਬਲਵਾਂ ਦੇ ਗੁੱਛੇ ਪਾ ਕੇ ਚਲੇ ਜਾਂਦੇ ਸੀਗੇ।
ਛੈਣੇ ਵੀ ਵਜਾਏ ਅਕਾਲੀਆਂ ਨੇ। ਤੇ ਕੀ ਹੋਇਆ ਜੇ ਵਿਧਾਨ ਸਭਾ 'ਚ ਨਹੀਂ ਪਹੁੰਚੇ ਭਾਈ? ਛੈਣੇ ਛੁਣੇ ਤਾਂ ਤੁਸੀਂ ਰੱਖੇ ਹੀ ਹੋਣੇ ਕੋਲੇ, ਉਹ ਛੈਣੇ ਛੁਣੇ ਖੜਕਾਓ ਤਾਂ ਕਿ ਸਰਕਾਰ ਵੀ ਹੈ ਜਿਹੜੀ ਉਹ ਇਸ ਗੱਲੋਂ ਸੁਚੇਤ ਰਹੇ ਕਿ ਬਾਹਰ ਛੈਣੇ ਮਾਰਨ ਵਾਲੇ ਖੜੇ ਨੇ ਤੇ ਅਸੀਂ ਬਜਟ ਸੈਸ਼ਨ ਦੇ ਉੱਤੇ ਪੂਰਾ ਫੋਕਸ ਕਰੀਏ। ਜੀ ਇੱਥੇ ਮੈਂ ਸਵਾਲ ਕਰਨਾ ਚਾਹੂੰਗੀ ਕਿ ਅਸੀਂ ਇਸ ਦਾ ਕਾਰਨ ਇਹ ਮੰਨੀਏ ਕਿ ਜਿਵੇਂ ਸੰਗਰੂਰ ਜ਼ਿਮਨੀ ਚੋਣਾਂ ਵਿੱਚ ਜਿਸ ਤਰੀਕੇ ਨਾਲ ਹਾਰ ਮਿਲੀ ਹੈ, ਤਾਂ ਚਾਹੇ ਅਸੀਂ ਅਕਾਲੀ ਦਲ ਦੀ ਗੱਲ ਕਰ ਲਈਏ ਚਾਹੇ ਬੀਜੇਪੀ ਦੀ ਗੱਲ ਕਰ ਲਈਏ ਕਿ ਸ਼ਾਇਦ ਇਸੇ ਕਰਕੇ ਨਹੀਂ ਹਿੰਮਤ ਹਲੇ ਨਹੀਂ ਕਰ ਪਾ ਰਹੇ ਨੇ, ਹਲੇ ਉਸ ਹਾਰ ਤੋਂ ਹੀ ਉਭਰੇ ਨਜ਼ਰ ਨਹੀਂ ਆ ਰਹੇ, ਜੋ ਉਹਨਾਂ ਦੀ ਕੋਈ ਐਕਟੀਵਿਟੀ ਨਜ਼ਰ ਨਹੀਂ ਆ ਰਹੀ ਹੈ ਹੁਣ ਅਜਿਹੀ। ਦੇਖੋ, ਜਿਹੜੇ ਪੋਲੀਟੀਕਲ ਲੋਕ ਹੁੰਦੇ ਨੇ ਹਰਜੋਤ ਜੀ, ਉਹ ਬੜੇ ਸਿਆਣੇ ਹੁੰਦੇ ਨੇ ਜੀ। ਆਮ ਆਦਮੀ ਪਾਰਟੀ ਬਜਟ ਦੇ ਵਿੱਚ ਵਿਰੋਧੀ ਪਾਰਟੀਆਂ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਲਾਈਵ ਸੈਸ਼ਨ ਦੇ ਦਰਮਿਆਨ ਵੀ, ਕਿਉਂਕਿ ਉਹ ਸਰਕਾਰ ਹੈ। ਉਹਨਾਂ ਨੇ ਐਲੀਗੇਸ਼ਨ ਜਿਹੜੇ ਨੇ ਉਹ ਲਾਉਣੇ ਬੰਦ ਨਹੀਂ ਕੀਤੇ ਵਿਰੋਧੀ ਪਾਰਟੀਆਂ ਤੇ ਅਸਲ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਸਵਾਲਾਂ ਦੇ ਉਸ ਰੂਪ ਦੇ ਵਿੱਚ ਜਵਾਬ ਨਹੀਂ ਆਏ ਜਿਸ ਰੂਪ 'ਚ ਜਵਾਬ ਚਾਹੀਦੇ ਸੀ। ਔਰ ਉਹ ਪਤਾ ਆਮ ਆਦਮੀ ਪਾਰਟੀ ਨੂੰ ਵੀ ਸੰਗਰੂਰ 'ਚ ਅਸੀਂ ਹਾਰੇ ਹਾਂ, ਕਿਉਂਕਿ ਵਿਰੋਧੀ ਪਾਰਟੀਆਂ ਸੰਗਰੂਰ ਤੇ ਦੱਬ ਕੇ ਸਿਆਸਤ ਕਰ ਰਹੀਆਂ ਨੇ। ਪਰ ਉਹਨਾਂ ਦੀ ਕੋਸ਼ਿਸ਼ ਇਹ ਹੈ ਸੱਤਾ ਧਿਰ ਦੀ ਵੀ, ਅਸੀਂ ਸੰਗਰੂਰ ਵਾਲੇ ਪਾਸਿਓਂ ਨੱਕਾ ਮੋੜ ਕੇ ਕਰਪਸ਼ਨ ਦੇ ਮਾਮਲੇ ਤੇ ਇਹਨਾਂ ਨੂੰ ਅਸੀਂ ਵੱਧ ਤੋਂ ਵੱਧ ਲਤਾੜੀਏ। ਭਗਵੰਤ ਮਾਨ ਨੇ ਇੱਥੋਂ ਤੱਕ ਕਿਹਾ ਕਿ ਤੁਹਾਨੂੰ ਇੰਨੇ ਸਾਲ ਮੌਕਾ ਦਿੱਤਾ ਲੋਕਾਂ ਨੇ, ਤੁਸੀਂ ਤਾਂ ਵਾਰੀ ਬੰਨ੍ਹਦੇ ਸੀ ਕਿ ਹੁਣ ਮੇਰੀ ਵਾਰੀ ਹੈ, 6 ਮਹੀਨੇ ਪਹਿਲਾਂ ਅਸੀਂ ਸਰਗਰਮ ਹੋ ਜਾਈਏ। ਤੇ ਉਹ ਕਹਿੰਦੇ ਹੁਣ ਜੇ ਤੁਸੀਂ ਬਹੁਤ ਇਮਾਨਦਾਰੀ ਨਾਲ ਕੰਮ ਕਰੋਗੇ ਤਾਂ ਕਿਤੇ ਤੁਸੀਂ ਇਸ ਵਾਰ ਵਿੱਚ ਸਾਡਾ ਮੁਕਾਬਲਾ ਕਰ ਸਕੋਗੇ, ਜਾਂ ਸਾਨੂੰ ਇੱਕ ਤਰੀਕੇ ਨਾਲ ਉਹਨਾਂ ਦਾ ਕਹਿਣ ਦਾ ਮਤਲਬ ਸੀ ਮੁਕਾਬਲੇ 'ਚ ਆ ਸਕੋਗੇ। ਉਹ ਕਹਿੰਦੇ ਤੁਸੀਂ ਕੀਤਾ ਹੀ ਕੁਛ ਨਹੀਂ ਤੇ ਅਸੀਂ ਪਹਿਲੀ ਵਾਰੀ ਦੇ ਵਿੱਚ ਹੀ ਕੰਮ ਕਰਾਂਗੇ। ਭਗਵੰਤ ਮਾਨ ਨੇ ਇਹ ਵੀ ਉਦਾਹਰਨਾਂ ਦਿੱਤੀਆਂ ਕਿ ਜਦੋਂ ਉਹ ਪਹਿਲੀ ਵਾਰੀ ਚੋਣ ਲੜੇ ਤੇ ਉਹਨਾਂ ਨੇ ਹੱਥ ਬੰਨੇ ਤੇ ਕੰਮ ਇੰਨੇ ਕੀਤੇ ਕਿ ਦੂਜੀ ਵਾਰੀ ਉਹਨਾਂ ਨੇ ਹੱਥ ਖੜਾ ਕੀਤਾ ਫਿਰ ਪੋਸਟਰ ਤੇ। ਉਹ ਇਹ ਦੱਸ ਰਹੇ ਸੀ ਵੀ ਮੈਂ ਪਹਿਲੇ ਮੌਕੇ 'ਚ ਬਹੁਤ ਕੰਮ ਕੀਤੇ। ਚਲੋ ਹੁਣ ਭਗਵੰਤ ਮਾਨ ਉਹੀ ਕਹਿ ਰਹੇ ਨੇ ਅਸੀਂ 5 ਸਾਲਾਂ 'ਚ ਕੰਮ ਕਰਾਂਗੇ। ਜਦੋਂ ਬਾਹਰ ਨਿਕਲੇ ਵਿਧਾਨ ਸਭਾ ਦੇ ਸੈਸ਼ਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਅਸੀਂ ਜਦੋਂ ਹੋਰ ਸਾਡੇ ਕੋਲੇ ਆਮਦਨ ਆਏਗੀ ਤੇ ਅਸੀਂ 1000 ਰੁਪਈਆ ਵੀ ਮਹਿਲਾਵਾਂ ਨੂੰ ਦੇਵਾਂਗੇ। ਅੱਛਾ, ਮੈਂ ਇੱਕ ਚੀਜ਼ ਬੜੀ ਦੇਖੀ ਹੈ, ਹੁਣ ਵਿਧਾਨ ਸਭਾ ਦੇ ਸੈਸ਼ਨ 'ਚ ਆਮ ਆਦਮੀ ਪਾਰਟੀ ਨੇ ਜਿਹੜੀਆਂ ਪੁਰਾਣੀਆਂ ਗਰੰਟੀਆਂ ਸੀ ਉਹਨਾਂ ਨੂੰ ਇਸ ਰੂਪ 'ਚ ਦੱਸਿਆ ਵੀ ਅਸੀਂ ਪੂਰੀਆਂ ਕਰਤੀਆਂ। ਕਹਿੰਦੇ ਬਿਜਲੀ ਦੀ ਗਰੰਟੀ ਅਸੀਂ ਪੂਰੀ ਕਰਤੀ, 1 ਜੁਲਾਈ ਤੋਂ ਬਿਜਲੀ ਜਿਹੜੀ ਹੈ ਉਹ ਮੁਫਤ ਹੈ 300 ਯੂਨਿਟ। ਪਰ ਉਹ ਉਸੇ ਤਰ੍ਹਾਂ ਦੀ ਗਰੰਟੀ ਪੂਰੀ ਹੋਈ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਸੀ ਵੀ ਅਸੀਂ ਸਾਰੇ ਵਾਅਦੇ ਪੂਰੇ ਕਰਤੇ। ਇਹ ਕਹਿੰਦੇ ਅਸੀਂ ਬਿਜਲੀ ਗਰੰਟੀ ਪੂਰੀ ਕਰਤੀ, ਮੁਹੱਲਾ ਕਲੀਨਿਕ 15 ਅਗਸਤ ਤੋਂ ਬਣਨਗੇ। ਹਜੇ ਤਾਂ ਮੁਹੱਲਾ ਕਲੀਨਿਕ ਇਹਨਾਂ ਨੇ 117 ਦਾ ਪਲਾਨ ਹੈ ਔਰ ਸਿਰਫ 117 ਮੁਹੱਲਾ ਕਲੀਨਿਕ ਤੇ ਉਹਦੇ ਲਈ 77 ਕਰੋੜ ਰੁਪਏ ਰੱਖੇ ਆ। ਜੇ 117 ਮੁਹੱਲਾ ਕਲੀਨਿਕ ਬਣ ਵੀ ਗਏ ਤਾਂ ਵੀ ਗਰੰਟੀ ਤਾਂ ਪੂਰੀ ਨਹੀਂ। ਇਹ ਤਾਂ ਕਹਿੰਦੇ ਸੀ ਅਸੀਂ 15-16 ਹਜ਼ਾਰ ਮੁਹੱਲਾ ਕਲੀਨਿਕ ਬਣਾਵਾਂਗੇ। ਸੋ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਇਹਨਾਂ ਮਸਲਿਆਂ ਨੂੰ ਨਾ ਬਹੁਤੀ ਚੰਗੀ ਤਰ੍ਹਾਂ ਚੱਕ ਨਹੀਂ ਸਕੀਆਂ। ਹੁਣ ਇਹ ਸਕੂਲਾਂ ਦੀ ਗੱਲ ਕਰਦੇ ਸੀ, ਉਹ ਕਹਿੰਦੇ ਅਸੀਂ ਪਹਿਲੇ ਗੇੜ 'ਚ 100 ਸਕੂਲ ਉਹਨਾਂ ਨੇ ਕਰਨੇ ਆ, 100 ਜਾਂ 200 ਸਕੂਲ। ਤੇ ਪੰਜਾਬ 'ਚ ਸਕੂਲ ਦੇਖ ਲਓ ਤੁਸੀਂ, ਹਜ਼ਾਰਾਂ ਨੇ। ਇਸ ਕਰਕੇ ਔਰ ਮੈਂ ਦੇਖ ਰਿਹਾ ਸੀ ਅੱਜ ਹਰਜੋਤ ਜੀ, ਕੱਲ ਦਿੱਲੀ ਦੇ ਵਿੱਚ ਸਪੋਰਟਸ ਸਕੂਲ ਸ਼ੁਰੂ ਹੋਣੇ ਨੇ ਇੱਕ ਤਰੀਕੇ ਨਾਲ। ਹੁਣ ਮੈਨੂੰ ਜਿਹੜੀ ਮੈਂ ਇਸ਼ਤਿਹਾਰ ਜਾਂ ਪੜ੍ਹਿਆ ਵੀ ਬੱਚੇ ਐਡਮਿਸ਼ਨ ਲੈਣਗੇ, ਉੱਥੇ ਹੀ ਪੜ੍ਹਨਗੇ, ਉੱਥੇ ਹੀ ਖੇਡਣਗੇ। ਦਿੱਲੀ ਦੇ ਵਿੱਚ ਸ਼ੁਰੂ ਹੋਣੇ ਨੇ। ਪੰਜਾਬ ਦੇ ਅਖਬਾਰਾਂ 'ਚ ਫੇਰ ਇਸ਼ਤਿਹਾਰ ਆ ਗਿਆ। ਪੈਸਾ ਭਾਵੇਂ ਦਿੱਲੀ ਦੇ ਲੋਕਾਂ ਦਾ ਹੋਵੇ, ਹੁਣ ਦਿੱਲੀ ਦੀ ਸਰਕਾਰ ਹੈ, ਦਿੱਲੀ ਦੇ ਅਖਬਾਰਾਂ 'ਚ ਇਸ਼ਤਿਹਾਰ ਦੇ ਲੈ ਭਾਈ, ਕੀ ਦਿੱਕਤ ਹੈ? ਹੁਣ ਉਹਨਾਂ ਨੇ ਪੰਜਾਬ ਦੇ ਇਸ਼ਤਿਹਾਰਾਂ 'ਚ ਵੀ, ਅਖਬਾਰਾਂ 'ਚ ਵੀ ਇਸ਼ਤਿਹਾਰ ਦਿੱਤਾ ਹੈ। ਇਹਦਾ ਮਤਲਬ ਹੈ ਕੱਲ ਨੂੰ ਜੇ ਪੰਜਾਬ 'ਚ ਕੁਝ ਕਰਨਗੇ ਉਹਦਾ ਇਸ਼ਤਿਹਾਰ ਫਿਰ ਦਿੱਲੀ ਵੀ ਜਾਊਗਾ, ਨਹੀਂ ਤਾਂ ਪੱਖਪਾਤ ਹੋਊਗਾ। ਨਹੀਂ ਤਾਂ ਉਹਨਾਂ ਨੇ ਕਹਿਣਾ ਜੀ ਤੁਸੀਂ ਦਿੱਲੀ ਵਾਲੇ ਤਾਂ ਇਸ਼ਤਿਹਾਰ ਪੰਜਾਬ 'ਚ ਦਿੰਦੇ ਹੋ, ਪੰਜਾਬ ਵਾਲੇ ਦਿੱਲੀ 'ਚ ਕਿਉਂ ਨਹੀਂ ਦਿੰਦੇ? ਸੋ ਸਰਕਾਰਾਂ ਕੋਲੇ ਇਹ ਅਖਤਿਆਰ ਆ ਜਾਂਦਾ ਜਦੋਂ ਉਹ ਸੱਤਾ 'ਚ ਹੋਣ ਕਿ ਉਹ ਜਿਵੇਂ ਮਰਜ਼ੀ ਇਸ਼ਤਿਹਾਰਬਾਜ਼ੀ ਕਰਨ, ਪ੍ਰਚਾਰ ਕਰਨ। ਪਰ ਇਹ ਪ੍ਰਚਾਰ ਇੰਨਾ ਹੋਣਾ ਨਹੀਂ ਚਾਹੀਦਾ। ਪ੍ਰਚਾਰਾਂ ਤੇ ਵੀ ਬਹੁਤ ਜ਼ਿਆਦਾ ਪੈਸਾ ਖਰਚਿਆ ਜਾ ਰਿਹਾ ਹੈ ਔਰ ਇੱਥੇ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਇਹਨਾਂ ਮਸਲਿਆਂ ਤੇ ਸਿਰਫ ਆਵਾਜ਼ ਹੀ ਬੁਲੰਦ ਕਰ ਸਕਦੀਆਂ ਨੇ। ਸਾਡਾ ਸਿਸਟਮ ਇਹੋ ਜਿਹਾ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਜੀ ਡੱਲਾ ਜੀ, ਤੇ ਮੈਂ ਸਵਾਲ ਇਹ ਕਰਨਾ ਚਾਹ ਰਹੀ ਸੀ ਕਿ ਜੇਕਰ ਜਿਵੇਂ ਤੁਸੀਂ 1000 ਰੁਪਏ ਮਹਿਲਾਵਾਂ ਦੇ ਅਕਾਊਂਟ ਵਿੱਚ ਪਾਉਣ ਦੀ ਗੱਲ ਕਰ ਲਈ, ਜਾਂ ਪਹਿਲਾਂ ਬਿਜਲੀ ਮੁਫਤ ਨੂੰ ਲੈ ਕੇ ਨਾਰਾਜ਼ਗੀ ਪੰਜਾਬ ਦੇ ਲੋਕਾਂ ਵਿੱਚ ਸੀ, ਹੁਣ ਜਿਵੇਂ ਦਾਅਵਾ ਕੀਤਾ ਜਾ ਰਿਹਾ ਕਿ ਅਸੀਂ ਕੰਮ ਪੂਰੇ ਕਰ ਦਿੱਤੇ, ਕੀ ਲੱਗ ਰਿਹਾ ਕਿ
ਕਿਉਂਕਿ ਕਿਤੇ ਨਾ ਕਿਤੇ ਚਲੋ ਪੰਜਾਬ ਦੀ ਜਨਤਾ ਦੀ ਜੇਬ 'ਚ ਵਾਧੂ ਭਾਰ ਤਾਂ ਨਹੀਂ ਪਾਇਆ ਜਾ ਰਿਹਾ, ਪਰ ਜਿਹੜੀਆਂ ਗੱਲਾਂ ਕਹੀਆਂ ਜਿਸ ਤਰੀਕੇ ਨਾਲ ਪੂਰੀਆਂ ਹੋਈਆਂ ਨਾ ਹੋਈਆਂ, ਕੀ ਲੱਗਦਾ ਹੈ ਕਿ ਇਸ ਸੈਸ਼ਨ ਤੋਂ ਬਾਅਦ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦੇ ਦਿਲੋਂ ਦਿਮਾਗ ਦੇ ਉੱਪਰ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੀ ਪੋਜ਼ਿਟਿਵ ਪਹਿਚਾਣ ਬਣਨੀ ਸ਼ੁਰੂ ਹੋਏਗੀ? ਕਿਉਂਕਿ ਹੁਣ ਕਿਤੇ ਨਾ ਕਿਤੇ ਕੁਝ ਨਾਰਾਜ਼ਗੀਆਂ ਕਾਰਨ ਲੋਕ ਪਿੱਛੇ ਹੁੰਦੇ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਤੋਂ। ਸੰਗਰੂਰ ਜ਼ਿਮਨੀ ਚੋਣ ਉਸਦਾ ਸਭ ਤੋਂ ਵੱਡੀ ਉਦਾਹਰਣ ਵੀ ਹੁਣ ਸਾਨੂੰ ਦਿਖ ਚੁੱਕੀ ਹੈ। ਕੀ ਲੱਗਦਾ ਹੈ ਕਿ ਇਸ ਬਜਟ ਸੈਸ਼ਨ ਤੋਂ ਬਾਅਦ ਲੋਕਾਂ ਦੀ ਮਾਨਸਿਕਤਾ ਵਿੱਚ ਥੋੜਾ ਬਦਲਾਅ ਆਏਗਾ ਫਿਰ ਤੋਂ? ਦੇਖੋ, ਮੈਂ ਇੱਕ ਗੱਲ ਕਹਿਣਾ ਚਾਹੂੰਗਾ। ਮੈਂ ਇਹ ਜ਼ਰੂਰ ਕਹਿ ਸਕਦਾ ਵੀ ਕੈਪਟਨ ਅਮਰਿੰਦਰ ਦੀ ਜਿਹੜੀ ਸਰਕਾਰ ਸੀ ਪਿਛਲੀ, ਉਹਦੇ ਨਾਲੋਂ ਇਹ ਸਰਕਾਰ 25% ਚੰਗੀਆਂ ਲੀਹਾਂ ਤੇ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾਲੋਂ 25% ਚੰਗੀਆਂ ਲੀਹਾਂ ਤੇ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤਾਂ ਜਮਾ ਮਾਫੀਆ ਰਾਜ ਹੀ ਸੀ ਨਾ, ਉਹਦਾ ਵੱਡੀ ਗਿਣਤੀ 'ਚ ਉਹਦੇ 'ਚ ਮਾਫੀਆ ਸੀ, ਉਹ ਤਾਂ ਸਾਨੂੰ ਪਤਾ ਹੀ ਹੈ। ਕੈਪਟਨ ਅਮਰਿੰਦਰ ਤਾਂ ਆਪ ਆਪਣੀ ਕਲੀਨ ਚਿੱਟ ਲੈ ਗਏ ਸਿਟੀ ਸੈਂਟਰ ਮਾਮਲੇ 'ਚ ਜੀ, ਤੇ ਉਹਨਾਂ ਨੇ ਬਾਕੀ ਮਾਮਲਿਆਂ ਦੀ ਵਿਜੀਲੈਂਸ ਦੀ ਜਾਂਚ ਹੀ ਨਹੀਂ ਕੀਤੀ। ਕੈਪਟਨ ਅਮਰਿੰਦਰ ਦੇ ਸਮੇਂ ਤਾਂ ਤੁਸੀਂ ਦੇਖੋ, ਇੱਕ ਮੰਤਰੀ ਅੰਦਰ ਚਲ ਗਏ, ਦੂਜੇ ਮੰਤਰੀ ਦੀ ਜਿਹੜੀ ਅਦਾਲਤ ਦੇ ਵਿੱਚ ਕੱਲ ਉਹ ਗਏ ਸੀ, ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ। ਇੱਕ ਮੰਤਰੀ ਪਹਿਲਾਂ ਚਲੇ ਗਏ ਅਦਾਲਤ ਦੇ ਵਿੱਚ, ਉਹਨਾਂ ਨੂੰ ਹੁਣ ਜੁਲਾਈ ਦੀ ਡੇਟ ਪਈ ਹੋਈ ਹੈ। ਸੋ ਕਈ ਐਮਐਲਏ ਅੰਦਰ ਜਾ ਕੇ ਦੁਬਾਰਾ ਜ਼ਮਾਨਤ ਹੋਈ ਹੈ। ਸੋ ਪਿਛਲੀ ਸਰਕਾਰ ਦੇ ਤਾਂ ਹਜੇ ਕਾਫੀ ਕੁਝ ਬਾਹਰ ਨਿਕਲਣਾ ਬਾਕੀ ਹੈ ਹਰਜੋਤ ਜੀ। ਹਜੇ ਤਾਂ ਪਿਛਲੀ ਸਰਕਾਰ ਦਾ ਬਹੁਤ ਕੁਝ ਉਜਾਗਰ ਹੋਣਾ ਬਾਕੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾਲੋਂ ਮੈਂ 25% ਇੱਛਾ ਸ਼ਕਤੀ ਸਰਕਾਰ ਦੀ ਚੰਗੀ ਹੈ। ਨਵੀਂ ਸਰਕਾਰ ਇਮਾਨਦਾਰ ਹੈ। ਜਿਹੜੀ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਹੈ, ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ, ਉਹ ਕਰਨਾ ਵੀ ਚਾਹੁੰਦੇ ਨੇ ਕਾਫੀ ਕੁਝ। ਪਰ ਜਿਹੜਾ ਬਜਟ ਉਹਨਾਂ ਦਾ ਆਇਆ ਨਾ, ਜੇ ਤੁਸੀਂ ਮੇਰਾ ਓਪੀਨੀਅਨ ਪੁੱਛੋ, ਇਹ ਜਿਹੜਾ ਬਜਟ ਹੈ ਪੇਸ਼ ਹੋਇਆ, ਇਹ ਆਮ ਆਦਮੀ ਦਾ ਬਜਟ, ਮੈਨੂੰ ਆਮ ਆਦਮੀ ਪਾਰਟੀ ਦਾ ਬਜਟ ਮੈਨੂੰ ਘੱਟ ਲੱਗਦਾ। ਇਹ ਮੈਨੂੰ ਅਫਸਰਾਂ ਦਾ ਬਜਟ ਜ਼ਿਆਦਾ ਲੱਗਦਾ, ਕਿਉਂਕਿ ਜਿਹੜੇ ਅਫਸਰਾਂ ਦੇ ਬਜਟ ਹੁੰਦੇ ਨੇ ਨਾ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜੁਗਾੜੂ ਯੋਜਨਾਵਾਂ ਹੁੰਦੀਆਂ ਨੇ। ਹੁਣ ਇਹਨਾਂ ਨੇ ਕਿਹਾ ਸੀ ਅਸੀਂ ਹਰ ਪਿੰਡ 'ਚ, ਹਰ ਜ਼ਿਲ੍ਹੇ 'ਚ ਅਸੀਂ 15-16 ਹਜ਼ਾਰ ਮੁਹੱਲਾ ਕਲੀਨਿਕ ਬਣਾਵਾਂਗੇ। ਹੁਣ ਪਹਿਲਾਂ ਤਾਂ ਇਹਨਾਂ ਨੇ 3 ਮਹੀਨੇ ਲੈ ਲਏ, ਪੁਰਾਣਾ ਬਜਟ ਹੀ ਕਾਰਜਕਾਰੀ ਬਜਟ ਸੀ, ਜਿਹੜਾ ਕੰਮ ਚਲਾਊ ਬਜਟ ਪ੍ਰਵਾਨਗੀ ਲੈ ਲਈ, ਤੇ 3 ਮਹੀਨਿਆਂ 'ਚ ਜਦੋਂ ਬਜਟ ਬਣਾਉਣਾ ਸੀ, ਮੁਹੱਲਾ ਕਲੀਨਿਕਾਂ ਦੇ ਲਈ ਅੱਜ ਤੱਕ ਕੋਈ ਠੋਸ ਯੋਜਨਾ ਦੱਸ ਨਹੀਂ ਸਕੇ। ਹੁਣ ਯੋਜਨਾ ਕੀ ਆਈ ਮੁਹੱਲਾ ਕਲੀਨਿਕਾਂ ਤੇ? ਜੀ ਅਸੀਂ 117 ਮੁਹੱਲਾ ਕਲੀਨਿਕ ਪਹਿਲੇ ਗੇੜ 'ਚ ਬਣਾਵਾਂਗੇ। ਇਹਦਾ ਮਤਲਬ ਹੈ 1 ਸਾਲ ਲਈ ਬਜਟ ਰੱਖ ਲਿਆ 77 ਕਰੋੜ, 117 ਮੁਹੱਲਾ ਕਲੀਨਿਕ ਬਣਾਉਣੇ ਨੇ 1 ਸਾਲ 'ਚ। ਜੇ 1 ਸਾਲ 'ਚ 117 ਮੁਹੱਲਾ ਕਲੀਨਿਕ ਬਣਾਉਣਗੇ, ਇਹਨਾਂ ਨੇ 15-16 ਹਜ਼ਾਰ ਕਿਹਾ ਸੀ, ਤੇ ਕੀ ਅਗਲੇ 4 ਸਾਲਾਂ 'ਚ 15-16 ਹਜ਼ਾਰ ਬਣਾਉਣਗੇ? ਕਿਉਂਕਿ ਹੁਣ ਤਾਂ 117 ਹੀ ਬਣਨਗੇ। ਇਸੇ ਤਰ੍ਹਾਂ ਸਕੂਲ ਇਹਨਾਂ ਨੇ ਚੁਣ ਲਏ ਥੋੜੇ ਜਿਹੇ। ਕਹਿਣ ਨੂੰ ਕੀ ਹੋ ਗਿਆ ਕਿ ਦੇਖੋ ਜੀ ਮੁਹੱਲਾ ਕਲੀਨਿਕਾਂ ਵਾਲੀ ਗਰੰਟੀ ਪੂਰੀ ਕਰਤੀ, ਲਓ ਜੀ ਸਕੂਲਾਂ ਵਾਲੀ ਗਰੰਟੀ ਪੂਰੀ ਕਰਤੀ, ਲਓ ਜੀ ਬਿਜਲੀ ਵਾਲੀ ਗਰੰਟੀ ਪੂਰੀ ਕਰਤੀ, 300 ਯੂਨਿਟ ਮੁਫਤ ਕਰਤੀ, ਜਿਹਦਾ 300 ਤੋਂ ਬਿੱਲ ਵਧੂਗਾ ਉਹ ਸਾਰਾ ਬਿੱਲ ਦਊਗਾ। ਇਹੀ ਕੁਝ ਹੋਇਆ ਨਾ। ਜੀ। ਇਸ ਕਰਕੇ ਮੈਂ ਕਹਿਣਾ ਵੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਜਟ ਨਹੀਂ, ਇਹ ਅਫਸਰਾਂ ਦਾ ਬਜਟ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਉਸ ਤਰ੍ਹਾਂ ਦੇ ਨੀਤੀਗਤ ਫੈਸਲੇ ਪਹਿਲਾਂ ਕੀਤੇ ਹੀ ਨਹੀਂ। ਹੁਣ ਜਿਹੜੀ ਇਹਨਾਂ ਦੀ ਐਕਸਾਈਜ਼ ਪਾਲਿਸੀ ਹੈ, ਉਹਦੇ ਵਿੱਚ ਅਦਾਲਤੀ ਦਖਲ ਵੜਿਆ ਆ। ਐਕਸਾਈਜ਼ ਪਾਲਿਸੀ ਹੁਣ ਅੱਜ 30 ਜੂਨ ਹੈ, ਕੀ ਕੱਲ 1 ਜੁਲਾਈ ਤੋਂ ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੋ ਜਾਊਗੀ? ਸੋ ਇਸ ਕਰਕੇ ਹਜੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਠੀਕ ਹੈ। ਮਾਈਨਿੰਗ ਦੇ ਉੱਤੇ ਹਰਜੋਤ ਬੈਂਸ ਨੌਜਵਾਨ ਮੰਤਰੀ ਹੈ, ਹਰਜੋਤ ਬੈਂਸ ਚੰਗਾ ਕੰਮ ਕਰ ਰਿਹਾ, ਜੇਲ੍ਹਾਂ ਤੇ ਚੰਗਾ ਕੰਮ ਕਰ ਰਿਹਾ। ਮਾਈਨਿੰਗ ਰੋਕੀ ਹਰਜੋਤ ਬੈਂਸ ਨੇ ਕਾਫੀ ਹੱਦ ਤੱਕ, ਲੇਕਿਨ ਇਹ ਕਹਿ ਦੇਣਾ ਕਿ ਅਸੀਂ ਪਿਛਲੀ ਸਰਕਾਰ ਨਾਲੋਂ ਜ਼ਿਆਦਾ ਲੀਗਲ ਮਾਈਨਿੰਗ ਕਰ ਰਹੇ ਹਾਂ, ਗੱਲ ਤਾਂ ਅਵੇਲੇਬਿਲਿਟੀ ਦੀ ਹੈ। ਤੁਸੀਂ ਜਿੰਨਾ ਮਰਜ਼ੀ ਕਣਕ ਦਾ ਉਤਪਾਦਨ ਕਰਦੇ ਹੋ, ਜੇ ਸਾਡੇ ਬੱਚੇ ਰਾਤ ਨੂੰ ਭੁੱਖੇ ਸੌਂਦੇ ਨੇ, ਇਹਦਾ ਮਤਲਬ ਹੈ ਸਾਨੂੰ ਅਨਾਜ ਦੀ ਕਮੀ ਹੈ। ਤੇ ਜੇ ਜਿੰਨੀ ਮਰਜ਼ੀ ਮਾਈਨਿੰਗ ਹੋ ਰਹੀ ਹੋਵੇ, ਜਦ ਤੱਕ ਲੋਕਾਂ ਨੂੰ ਰੇਤ ਦੀ ਟਰਾਲੀ ਉਸ ਭਾਅ ਤੇ ਨਹੀਂ ਮਿਲਦੀ ਜਿਸ ਭਾਅ ਤੇ ਸਰਕਾਰ ਦੇਣਾ ਚਾਹੁੰਦੀ ਹੈ, ਤਦ ਤੱਕ ਪਾਲਿਸੀ ਫੇਲ ਹੈ। ਹੁਣ ਸਰਕਾਰ ਨੇ ਇਸ ਬਜਟ 'ਚ ਕੋਈ ਅਜਿਹੀ ਠੋਸ ਯੋਜਨਾ ਨਹੀਂ ਦਿਖਾਈ ਇਸ ਬਜਟ 'ਚ ਕਿ ਅਸੀਂ 20,000 ਕਰੋੜ ਜਾਂ 25,000 ਕਰੋੜ ਜਾਂ 10,000 ਕਰੋੜ, ਕੋਈ ਨੀਤੀਗਤ ਮਾਈਨਿੰਗ ਪਾਲਿਸੀ ਸਾਨੂੰ ਨਹੀਂ ਦਿਖੀ। ਇਹ ਪਾਲਿਸੀ ਕਿਵੇਂ ਹੋਣੀ ਚਾਹੀਦੀ ਸੀ? ਇਹਦਾ ਇੱਕ ਪ੍ਰੋਪਰ ਖਰੜਾ ਹੁੰਦਾ, ਇੱਕ ਬਲੂ ਪ੍ਰਿੰਟ ਹੁੰਦਾ, ਉਹਦਾ ਅਖਬਾਰ 'ਚ ਇਸ਼ਤਿਹਾਰ ਛਾਪ ਦੇ ਵੀ ਸਾਡੀ ਇਹ ਕਾਰਪੋਰੇਸ਼ਨ ਹੈ, ਇਹ ਇਸ ਰੂਪ 'ਚ ਕੰਮ ਕਰੂਗੀ,
ਇੰਨੇ ਇਸ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਲੈਵਲ ਤੇ ਨੋਡਲ ਅਫਸਰ ਹੋਣਗੇ। ਸਾਡੀ ਜਿਹੜੀ ਮਾਈਨਿੰਗ ਦੀ ਪਾਲਿਸੀ ਹੋਊਗੀ, ਇਹ ਟੋਲ ਪਾਲਿਸੀ ਹੋਊਗੀ ਜਾਂ ਜਿਹੜਾ ਵੀ ਉਸ ਪਾਲਿਸੀ ਦਾ, ਕਿਉਂਕਿ ਮੈਂ ਤਾਂ ਟੋਲ ਪਾਲਿਸੀ ਮੰਨਦਾ ਪੰਜਾਬ ਦੇ ਵਿੱਚ ਮਾਈਨਿੰਗ ਤੇ ਸਿਰਫ ਟੋਲ ਪਾਲਿਸੀ ਕੰਮ ਕਰ ਸਕਦੀ ਹੈ। ਜਿਵੇਂ ਟੋਲ ਬੈਰੀਅਰ ਲੱਗੇ ਨੇ, ਇਹ ਹੁਣ ਅਫਸਰ ਨੇ, ਜਿੱਦਣ ਕੋਈ ਮੇਰੇ ਤੋਂ ਪੁੱਛੂ ਹਰਜੋਤ ਜੀ ਉਦੋਂ ਉਹਨਾਂ ਨੂੰ ਸਮਝਾ ਦਿਆਂਗੇ ਵੀ ਟੋਲ ਬੈਰੀਅਰ ਪਾਲਿਸੀ ਰੇਤੇ ਦੀ ਕੰਮ ਕਿਵੇਂ ਕਰੂਗੀ। ਜਿਵੇਂ ਟੋਲ ਹੈ, ਮੈਂ ਸਧਾਰਨ ਜਿਹੇ ਸ਼ਬਦ ਦੱਸ ਦਿੰਦਾ, ਜਿਵੇਂ ਕੋਈ ਗੱਡੀ ਤੁਹਾਡੀ ਬਿਨਾਂ ਟੋਲ ਕਟਾਏ ਲੰਘ ਨਹੀਂ ਸਕਦੀ। ਜੇ ਕੋਈ ਖੇਤਾਂ ਖੂਤਾਂ 'ਚ ਬਾੜੂਗਾ ਵੀ ਤੇ ਉਹਦੇ ਲਈ ਤੁਹਾਨੂੰ ਮੈਕੈਨਿਜ਼ਮ ਬਣਾਉਣਾ ਪੈਣਾ ਹੈ। ਚਲੋ ਕੋਈ ਕਾਰ ਤਾਂ ਖੇਤਾਂ ਖੂਤਾਂ 'ਚੋਂ ਕੱਢ ਕੇ ਲੈ ਜਾਊਗਾ, ਐਡੇ ਵੱਡੇ ਵੱਡੇ ਰੇਤੇ ਦੇ ਭਰੇ ਟਰੱਕ ਕੋਈ ਕਿੱਥੋਂ ਲੈ ਜਾਊ। ਸੋ ਜਿਵੇਂ ਟੋਲ ਬੈਰੀਅਰ ਹੈ, ਕੋਈ ਗੱਡੀ ਨਹੀਂ ਨਿਕਲ ਸਕਦੀ, ਰੇਤੇ ਦੀ ਇੱਕ ਬੋਰੀ ਵੀ ਟੋਲ ਬੈਰੀਅਰ ਦੀ ਸਕੈਨਿੰਗ ਤੋਂ ਬਿਨਾ ਬਾਹਰ ਨਹੀਂ ਨਿਕਲ ਸਕਦੀ, ਜਿਹੜੀ ਟੋਲ ਬੈਰੀਅਰ ਪਾਲਿਸੀ ਹੈ। ਜਿਵੇਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਵੀ ਅਸੀਂ ਚਿਪ ਲਾ ਦਾਂਗੇ ਸ਼ਰਾਬ ਦੀ ਬੋਤਲ ਤੇ, ਇਹ ਦੇਸ਼ ਦੇ ਕਈ ਹਿੱਸਿਆਂ 'ਚ ਲੱਗਦੀਆਂ ਨੇ, ਜਿਹਨੂੰ ਇਲੈਕਟ੍ਰੋਨਿਕ ਬਾਰ ਕੋਡਿੰਗ ਕਹਿੰਦੇ ਆ। ਇਹ ਮਜ਼ਾਕ ਕਰਦੇ ਸੀ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਵੀ ਅਸੀਂ ਸ਼ਰਾਬ ਦੀ ਬੋਤਲ ਤੇ ਚਿਪ ਹੋਊ, ਤੁਸੀਂ ਆ ਇਲੈਕਟ੍ਰੋਨਿਕ ਸਟੋਰਾਂ ਤੇ ਚਲੇ ਜਾਓ, ਉੱਥੇ ਸਬਜ਼ੀਆਂ ਤੇ ਉਹਨਾਂ ਨੇ ਜੇ 2 ਸੰਤਰੇ ਵੀ ਲੈਣੇ ਹੋਣ, ਸੰਤਰਿਆਂ ਦੇ ਉੱਤੇ ਵੀ ਉਹਨਾਂ ਨੇ ਬਾਰ ਕੋਡਿੰਗ ਲਾਤੀ। ਉਹ ਸੰਤਰਾ ਵੀ ਮਸ਼ੀਨ ਦੇ ਨਾਲ ਦੱਸ ਦਿੰਦਾ ਵੀ ਇੰਨੇ ਮੁੱਲ ਦਾ ਸੰਤਰਾ ਹੈ। ਇਹਦਾ ਮਤਲਬ ਹੈ ਸਾਡੇ ਕੋਲੇ ਜਿਹੜਾ ਪ੍ਰੋਡਕਟ ਹੈ, ਜਿੰਨੀਆਂ ਵੀ ਰੇਤੇ ਦੀਆਂ ਬੋਰੀਆਂ ਨੇ ਜਾਂ ਰੇਤੇ ਦੇ ਟਰੱਕ ਨੇ, ਇੱਕ ਦਾ ਸਾਡੇ ਕੋਲੇ ਰਿਕਾਰਡ ਹੋਊਗਾ ਤੇ ਸਾਨੂੰ ਸੇਲ ਪਰਚੇਜ ਸਾਡੀ ਟੈਲੀ ਹੋ ਜਾਊਗੀ ਵੀ ਇੰਨੀਆਂ ਰੇਤੇ ਦੀਆਂ ਬੋਰੀਆਂ ਜਾਂ ਟਰੱਕ। 2 ਤਰ੍ਹਾਂ ਦੀ ਪਾਲਿਸੀ ਹੈ, ਪਹਿਲਾਂ ਟਰੱਕ ਫਿਰ ਡਿਸਟ੍ਰੀਬਿਊਸ਼ਨ। ਈਵਨ ਪੰਜਾਬ ਦੇ ਵਿੱਚ ਰੇਤੇ ਨੂੰ ਬੋਰੀਆਂ 'ਚ ਵੀ ਡਿਸਟ੍ਰੀਬਿਊਟ ਕੀਤਾ ਜਾ ਸਕਦਾ ਹੈ। ਇਹ ਮਤਲਬ ਇਹ ਪਾਲਿਸੀ ਹੈ ਜਿਹਦੇ ਤੇ ਸਰਕਾਰਾਂ ਨੂੰ ਕੰਮ ਕਰਨਾ ਪੈਣਾ ਹੈ। ਹੋਮਵਰਕ ਹੈ ਨਹੀਂ। ਕਮੀ ਇਹ ਹੈ, ਕਈ ਵਿਦਿਆਰਥੀ ਹੁੰਦੇ ਨੇ ਜਿਹੜੇ ਮਹੀਨਾ ਕੁ ਪਹਿਲਾਂ ਪੜ੍ਹ ਕੇ ਪਾਸ ਹੋ ਜਾਂਦੇ ਨੇ, ਤੇ ਕਈ ਵਿਦਿਆਰਥੀ ਹੁੰਦੇ ਜਿਹੜੇ ਪੂਰਾ ਸਾਲ ਪੜ੍ਹਦੇ ਆ, ਫਿਰ ਉਹ ਡਿਸਟਿੰਕਸ਼ਨ ਵੀ ਲੈਂਦੇ ਆ, ਫਿਰ ਉਹਨਾਂ ਨੂੰ ਅੱਗੇ ਜਾ ਕੇ ਸਕਾਲਰਸ਼ਿਪ ਵੀ ਮਿਲਦੀ ਹੈ। ਜਿਹੜੇ ਮੇਰੇ ਵਰਗੇ ਮਹੀਨਾ ਕੁ ਪਹਿਲਾਂ ਪੜ੍ਹਨ ਵਾਲੇ ਹੁੰਦੇ ਨੇ, ਉਹ ਥੋੜੇ ਦਿਨ ਉਹਨਾਂ ਨੂੰ ਯਾਦ ਰਹਿੰਦਾ, ਇਮਤਿਹਾਨ ਤੋਂ ਬਾਅਦ ਉਹ ਅੱਧੀਆਂ ਗੱਲਾਂ ਭੁੱਲ ਜਾਂਦੇ ਨੇ। ਸੋ ਜਿਹੜੀ ਪਾਲਿਸੀ ਹੈ, ਇਸ ਬਜਟ 'ਚ ਪਾਲਿਸੀ ਦਾ ਇਸ਼ਤਿਹਾਰ ਛਪਦਾ, ਸਾਨੂੰ ਪਤਾ ਹੁੰਦਾ ਵੀ ਇਹ ਪਾਲਿਸੀ ਹੈ ਭਾਈ ਰੇਤੇ ਦੀ, ਰੇਤਾ ਸਾਨੂੰ ਇਸ ਰੇਟ 'ਚ ਮਿਲਣਾ ਹੈ ਔਰ ਰੇਤਾ ਸਾਨੂੰ ਇਸ ਜਗ੍ਹਾ ਤੋਂ ਮਿਲਣਾ ਹੈ। ਹੁਣ ਤੁਸੀਂ ਇੱਥੋਂ ਤੱਕ ਦੱਸ ਸਕਦੇ ਹੋ ਕਿ ਤੁਸੀਂ ਜਲੰਧਰ ਸ਼ਹਿਰ ਦੀ ਗੱਲ ਕਰਨੀ ਹੈ ਤੇ ਜਲੰਧਰ ਸ਼ਹਿਰ ਦੇ ਵਿੱਚ ਇਹਨਾਂ 20 ਥਾਵਾਂ ਦੇ ਉੱਤੇ ਰੇਤਾ ਮਿਲੂਗਾ ਸਰਕਾਰੀ, ਤੇ ਤੁਸੀਂ ਆਪਣਾ ਜਾਓ, ਆ ਸਰਕਾਰੀ ਰੇਟ ਹੈ, ਉੱਥੇ ਜਾ ਕੇ ਆਪਣਾ ਰੇਤਾ ਲਓ ਤੇ ਆਪਣਾ ਜਿਹੜਾ ਕੰਧ ਜਿਹਨੂੰ ਟੀਪ ਹੋਈ ਹੈ ਜਾਂ ਕਿਸੇ ਨੂੰ ਪਲਸਤਰ ਕਰਨਾ ਕਰੋ। ਹੁਣ ਲੋਕਾਂ ਨੂੰ ਇਹ ਨਹੀਂ ਪਤਾ ਵੀ ਰੇਤਾ ਕਿੱਥੋਂ ਮਿਲਣਾ ਹੈ। ਜਿਹੜੀਆਂ ਰੇਤਾ ਮੰਡੀਆਂ ਨੇ ਉਹਨਾਂ ਦੀ ਨਿਸ਼ਾਨਦੇਹੀ ਨਹੀਂ, ਸਰਕਾਰੀ ਤੌਰ ਤੇ ਰੇਤਾ ਮੰਡੀਆਂ ਦੀ ਪਛਾਣ ਦੱਸੀ ਜਾਵੇ। ਹਰ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਇਸ਼ਤਿਹਾਰ ਛਾਪਣ ਸਵੇਰੇ ਅਖਬਾਰਾਂ 'ਚ ਵੀ ਇਹ 15 ਜਗ੍ਹਾ ਦੇ ਉੱਤੇ ਰੇਤੇ ਦੀਆਂ ਮੰਡੀਆਂ ਨੇ, ਇੱਥੋਂ ਜਾ ਕੇ ਤੁਹਾਨੂੰ ਰੇਤਾ ਮਿਲੂ। ਸੋ ਇਹ ਬਹੁਤ ਇੱਕ ਆਰਗੇਨਾਈਜ਼ਡ ਜਿਹੜੀ ਪਾਲਿਸੀ ਹੈ ਨਾ, ਜਿਹੜੀ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਬੜੀ ਆਰਗੇਨਾਈਜ਼ਡ ਪਾਲਿਸੀ ਬਣਾਈ ਹੋਈ ਹੈ, ਕਿਉਂਕਿ ਉਹ ਕਈ ਸੂਬੇ ਘੁੰਮ ਕੇ ਆਇਆ ਨਵਜੋਤ ਸਿੰਘ ਸਿੱਧੂ। ਜੀ ਉਹ ਛੋਲਿਆਂ 'ਚ ਗੁੜ ਪਾ ਕੇ ਖਾ ਕੇ ਨਹੀਂ ਆਇਆ, ਸਿਰਫ ਉਹ ਮਿਹਨਤ ਕਰਕੇ ਆਇਆ ਨਵਜੋਤ ਸਿੰਘ ਸਿੱਧੂ। ਕਿੰਨੇ ਅਫਸਰ ਵੀ ਗਏ ਨਾਲ, ਉਹਨਾਂ ਅਫਸਰਾਂ ਨੂੰ ਵੀ ਨਾਲ ਨਵੀਂ ਪਾਲਿਸੀ ਬਣਾਉਣ 'ਚ ਕੰਮ ਕਰਨਾ ਚਾਹੀਦਾ। ਸੋ ਹਜੇ ਤੱਕ ਮਾਈਨਿੰਗ ਪਾਲਿਸੀ ਲੋਕਾਂ ਤੋਂ ਸਵਾਲ ਨਹੀਂ ਪੁੱਛੇ ਗਏ, ਲੋਕਾਂ ਨਾਲ ਮਾਈਨਿੰਗ ਪਾਲਿਸੀ ਦੀ ਡਿਸਕਸ਼ਨ ਨਹੀਂ ਕੀਤੀ ਗਈ। ਜਦੋਂ ਤੱਕ ਸਰਕਾਰਾਂ ਇਸ ਰੂਪ ਦੇ ਵਿੱਚ ਸਮਰੱਥ ਨਹੀਂ ਹੋ ਜਾਂਦੀਆਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਇਹ ਪਾਲਿਸੀ ਬਣਾਉਣੀ ਹੈ, ਆ ਉਹਦਾ ਬਲੂ ਪ੍ਰਿੰਟ ਹੈ ਤੇ ਅਸੀਂ ਲੋਕਾਂ 'ਚ ਬਲੂ ਪ੍ਰਿੰਟ ਲੈ ਕੇ ਆਉਂਦੇ ਹਾਂ ਤੇ ਅਸੀਂ ਤੁਹਾਡਾ ਸਮਰਥਨ ਮੰਗਦੇ ਹਾਂ। ਇਸੇ ਤਰ੍ਹਾਂ ਸ਼ਰਾਬ ਹੈ। ਹੁਣ ਜਿਵੇਂ ਸ਼ਰਾਬ ਦੇ ਠੇਕੇਦਾਰ ਕਹੀ ਜਾਂਦੇ ਨੇ ਕਈ ਵੀ ਜੀ ਸਾਡਾ ਵਪਾਰ ਤਬਾਹ ਹੋ ਜੂ, ਸਾਡੇ ਕੋਲੇ ਇੰਨੇ ਪੈਸੇ ਹੀ ਨਹੀਂ। ਸਰਕਾਰ ਚਲਾਵੇ ਸ਼ਰਾਬ ਦੇ ਠੇਕੇ, ਸਰਕਾਰ ਸ਼ਰਾਬ ਦੇ ਠੇਕੇ ਚਲਾਵੇ ਸਰਕਾਰੀ ਕਾਰਪੋਰੇਸ਼ਨ ਬਣਾ ਕੇ, ਔਰ ਸ਼ਰਾਬ ਦੇ ਠੇਕੇਦਾਰ ਆਪ ਸਰਕਾਰ ਨੂੰ ਕਹਿਣਗੇ ਕਿ ਤੁਸੀਂ ਜਿਵੇਂ ਮਰਜ਼ੀ ਸਾਨੂੰ ਨਾਲ ਜੋੜੋ ਜੀ, ਕਿਉਂਕਿ ਸਰਕਾਰ ਨੇ ਸ਼ਰਾਬ ਦੀ ਪਾਲਿਸੀ ਆਪਣੀ ਬਣਾ ਕੇ ਜਦੋਂ ਡਿਕਲੇਅਰ ਕਰਤੀ ਤੇ ਕੰਮ ਸ਼ੁਰੂ। ਜੀ ਬਿਲਕੁਲ। ਤੁਸੀਂ ਮੈਨੂੰ ਦੱਸੋ ਹਰਜੋਤ ਜੀ, ਮੈਨੂੰ ਇੱਕ ਗੱਲ ਦੱਸੋ, ਵੱਡੇ ਸਾਡੇ ਉਦਯੋਗ ਹੈ ਜੀ, ਮੈਂ ਤੁਹਾਨੂੰ ਸਧਾਰਨ ਗੱਲ ਦੱਸਦਾ, ਸਮਝ ਲਓ ਸਾਡੇ ਜਲੰਧਰ 'ਚ ਰਬੜ ਦਾ ਉਦਯੋਗ ਹੈ, ਉੱਥੇ ਚੱਪਲਾਂ ਬਣਦੀਆਂ ਨੇ। ਜਿਹੜਾ ਵਿਅਕਤੀ ਰਬੜ ਦੀਆਂ ਚੱਪਲਾਂ ਬਣਾਉਂਦਾ ਹੈ, ਕਿ ਸਰਕਾਰ ਉਹਨੂੰ ਪਾਲਿਸੀ ਬਣਾ ਕੇ ਦਿੰਦੀ ਹੈ? ਉਹਨੂੰ ਖੁਦ ਪਤਾ ਹੁੰਦਾ ਵੀ ਮੈਂ ਚੱਪਲ ਦਾ ਕਾਰੋਬਾਰ ਕਿਵੇਂ ਸੈੱਟ ਕਰਨਾ ਹੈ। ਬਿਲਕੁਲ। ਜਿਹੜਾ ਬੰਦਾ ਸਾਡੇ ਦਾਤੀਆਂ ਬਣਾਉਂਦੇ ਪਿੰਡਾਂ 'ਚ, ਦਾਤੀਆਂ,
ਉਹ ਸਰਕਾਰ ਦੱਸਦੀ ਹੈ ਵੀ ਦਾਤੀ ਕਿਵੇਂ ਬਣਾਉਣੀ ਹੈ। ਕੋਈ ਗ੍ਰਾਸ ਕਟਿੰਗ ਮਸ਼ੀਨ ਹੈ, ਉਹ ਸਰਕਾਰ ਦੱਸਦੀ ਹੈ ਵੀ ਭਾਈ ਤੁਸੀਂ ਗ੍ਰਾਸ ਕਟਿੰਗ ਮਸ਼ੀਨ ਐ ਬਣਾਉਣੀ ਹੈ। ਜਿਹੜੇ ਜੀ ਉਸ ਫੀਲਡ ਦੇ ਐਕਸਪਰਟ ਨੇ ਉਹਨਾਂ ਤੋਂ ਓਪੀਨੀਅਨ ਕਲੈਕਸ਼ਨ ਕਰੋ, ਜਾਂ ਕੁਝ ਲੋਕ ਅਜਿਹੇ ਨੇ ਜਿਹੜੇ ਜਿਨ੍ਹਾਂ ਨੂੰ ਬੜੀ ਐਕਸਪਰਟਾਈਜ਼ ਹੁੰਦੀ ਹੈ, ਜਿਨ੍ਹਾਂ ਕੋਲੇ ਇੱਕ ਮਹਾਰਤ ਹੁੰਦੀ ਹੈ ਪਾਲਿਸੀ ਬਣਾਉਣ ਦੀ। ਜੀ ਜਿਵੇਂ ਕਈ ਲੋਕ ਨੇ ਜਿਨ੍ਹਾਂ ਕੋਲੇ ਕਲਾ ਹੈ, ਉਹ ਹਸਾ ਦਿੰਦੇ ਆ। ਕਈ ਲੋਕ ਨੇ ਇੰਜੀਨੀਅਰ ਨੇ, ਉਹਨਾਂ ਕੋਲੇ ਕਲਾ ਹੈ, ਜਿਹੜੀ ਮਰਜ਼ੀ ਚੀਜ਼ ਬਣਾ ਲਓ ਇੰਜੀਨੀਅਰ ਤੋਂ। ਹੁਣ ਜਿਹੜਾ ਕੋਈ ਮਕੈਨੀਕਲ ਇੰਜੀਨੀਅਰ ਬਣ ਗਿਆ, ਉਹਦੇ ਤੋਂ ਜਿਵੇਂ ਮਰਜ਼ੀ ਮਸ਼ੀਨਾਂ ਬਾਰੇ ਉਹਦੇ ਕੋਲੋਂ ਤੁਸੀਂ ਜਾਣਕਾਰੀ ਲਓ। ਇਸੇ ਤਰ੍ਹਾਂ ਬਿਲਕੁਲ ਸ਼ਰਾਬ ਦੀ ਪਾਲਿਸੀ, ਐਕਸਾਈਜ਼ ਦੀ ਪਾਲਿਸੀ ਹੈ ਜਿਹੜੀ, ਉਹ ਸ਼ਰਾਬ ਦੀ ਪਾਲਿਸੀ ਸਰਕਾਰੀ ਕਾਰਪੋਰੇਸ਼ਨ ਬਣ ਕੇ ਲੋਕ ਆਪਣੀਆਂ ਦੁਕਾਨਾਂ ਕਾਮਯਾਬ ਕਰ ਗਏ, ਲੋਕ ਆਪਣੀਆਂ ਬੱਸਾਂ ਦੀਆਂ ਕੰਪਨੀਆਂ ਚਲਾ ਗਏ, ਲੋਕ ਆਪਣੀਆਂ ਸ਼ੂਗਰ ਮਿੱਲਾਂ ਚਲਾ ਗਏ, ਤੇ ਸਰਕਾਰ ਕੋਲੋਂ ਇੱਕ ਕਾਰਪੋਰੇਸ਼ਨ ਨਹੀਂ ਚੱਲਦੀ। ਆਮ ਲੋਕਾਂ ਨੂੰ ਤਾਂ 36 ਤਰ੍ਹਾਂ ਦੀਆਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ। ਹਰਜੋਤ ਜੀ, ਜੁੱਤੀ ਘਸ ਜਾਂਦੀ। ਉਸ ਬਿਲਕੁਲ ਮਹਿਕਮੇ 'ਚ ਜਾਓ, ਉਸ ਮਹਿਕਮੇ 'ਚ ਜਾਓ, ਉਸ ਮਹਿਕਮੇ 'ਚ ਜਾਓ, ਤੇ ਸਰਕਾਰ ਨੇ ਤਾਂ ਮਨਜ਼ੂਰੀਆਂ ਆਪਣੇ ਮਹਿਕਮਿਆਂ ਤੋਂ ਲੈਣੀਆਂ। ਸੋ ਇਸ ਕਰਕੇ ਅਸਲ 'ਚ ਸਰਕਾਰ ਨੂੰ ਮੈਨੂੰ ਇਹ ਲੱਗਦਾ ਕਿ ਜੇ ਸ਼ਰਾਬ ਦੀ ਪਾਲਿਸੀ ਬਣਨੀ ਹੈ ਜਾਂ ਮਾਈਨਿੰਗ ਦੀ ਪਾਲਿਸੀ ਬਣਨੀ ਹੈ, ਘੱਟੋ ਘੱਟ 5 ਮੰਤਰੀਆਂ ਦੀ ਜ਼ਿੰਮੇਵਾਰੀ ਹੋਵੇ ਔਰ 5 ਵੱਡੇ ਅਫਸਰ ਚੁਣੇ ਜਾਣ। 10 ਲੋਕ ਹੋ ਗਏ ਔਰ 5 ਲੋਕ ਉਹ ਚੁਣੇ ਜਾਣ ਜਿਹੜੇ ਲੋਕ ਜ਼ਮੀਨੀ ਪੱਧਰ ਤੇ ਕੰਮ ਕਰਦੇ ਨੇ। ਰੇਤੇ ਦੀ ਟਰਾਲੀ ਭਰ ਕੇ ਜਿਹੜਾ ਲੋਕਾਂ ਦੇ ਘਰਾਂ 'ਚ ਛੱਡ ਕੇ ਆਉਂਦਾ ਹੈ, ਉਹੇ ਜਿਹੇ ਬੰਦੇ 4-5 ਪਾਲਿਸੀ 'ਚ ਸ਼ਾਮਲ ਕੀਤੇ ਜਾਣ। ਤੇ ਮੈਨੂੰ ਲੱਗਦਾ 15 ਦਿਨਾਂ ਦੇ ਵਿੱਚ ਨਵੀਂ ਕੋਈ ਵੀ ਪਾਲਿਸੀ, ਭਾਵੇਂ ਸ਼ਰਾਬ ਦੀ ਪਾਲਿਸੀ ਹੈ, ਭਾਵੇਂ ਰੇਤੇ ਦੀ ਪਾਲਿਸੀ ਹੈ, ਭਾਵੇਂ ਪੰਜਾਬ ਦੇ ਪਾਣੀਆਂ ਦੀ ਪਾਲਿਸੀ ਹੈ, ਉਹ ਬਣਾਈ ਜਾ ਸਕਦੀ ਹੈ। ਔਰ ਉਹਦੇ ਤੇ ਫਿਰ ਤੁਸੀਂ ਕੰਮ ਕਰੋ। ਬਿਲਕੁਲ ਸਹੀ ਕਿਹਾ ਤੁਸੀਂ ਜੀ। ਹੋਮਵਰਕ ਦੀ ਕਮੀ ਹੈ। ਜਿਹੜੇ ਮੈਂ ਤਾਂ ਕਹਿ ਰਿਹਾ, ਜਿਹੜਾ ਇਹ ਬਜਟ ਹੈ ਨਾ ਜੀ, ਇਹ ਬਜਟ ਉਹ ਬਜਟ ਹੈ ਵੀ ਪਿਛਲੀ ਸਰਕਾਰ ਦਾ ਇਹ ਬਜਟ ਸੀ, ਉਹਨੂੰ ਹੀ ਮਾੜਾ ਮੋਟਾ ਰਲਾ ਰਲੂ ਕੇ ਹੇਠ ਉੱਤ ਕਰਕੇ ਵੀ ਕਿਸੇ ਨੇ ਇੱਧਰ ਪੈਸੇ ਵੱਧ ਲਾਏ ਸੀ, ਇੱਧਰੋਂ ਘਟਾ ਕੇ ਇੱਧਰ ਲਿਆਓ, ਇਸ ਸਕੀਮ ਚੋਂ ਕੱਢ ਕੇ ਮੁਹੱਲਾ ਕਲੀਨਿਕਾਂ 'ਚ ਪਾ ਲਓ, ਹਾਇਰ ਐਜੂਕੇਸ਼ਨ ਚੋਂ ਕੱਢ ਕੇ ਤੁਸੀਂ ਸਕੂਲ ਐਜੂਕੇਸ਼ਨ 'ਚ ਪਾ ਲਓ, ਤੁਸੀਂ ਟੈਕਨੀਕਲ ਐਜੂਕੇਸ਼ਨ 'ਚ ਵਧਾ ਲਓ। ਔਰ ਨੰਬਰ 2, ਪੈਸਾ ਸਰਕਾਰ ਕੋਲੇ ਕਿਵੇਂ ਆਊਗਾ? ਫਿਰ ਉੱਥੇ ਸਰਕਾਰ ਕਹਿੰਦੀ ਟੈਕਸਾਂ ਦੀ ਲੀਕੇਜ ਘਟਾਵਾਂਗੇ, ਸ਼ਰਾਬ ਤੋਂ ਅਸੀਂ 40% ਵਧਾਵਾਂਗੇ। ਕੋਈ ਵੀ ਠੋਸ ਯੋਜਨਾਵਾਂ ਸਾਡੇ, ਭਾਵੇਂ ਕੈਪਟਨ ਅਮਰਿੰਦਰ ਦਾ ਬਜਟ ਸੀ, ਭਾਵੇਂ ਇਹ ਬਜਟ ਸੀ, ਇਹਦੇ ਵਿੱਚ ਨਹੀਂ ਹੈ। ਸਿਰਫ ਇੰਨਾ ਫਰਕ ਹੈ ਕਿ ਹੁਣ ਵਾਲੇ ਜਿਹੜੇ ਲੀਡਰ ਨੇ ਸਾਡੇ ਇਮਾਨਦਾਰ ਨੇ। ਹੁਣ ਵਾਲੇ ਲੀਡਰ ਇਮਾਨਦਾਰ ਨੇ। ਪਹਿਲੇ ਕਈ ਲੀਡਰ ਸੀ ਜਿਹੜੇ ਉਹ ਬਜਟ ਦੇ ਵਿੱਚੋਂ ਆਪਣੇ ਵਪਾਰ ਚਲਾਉਂਦੇ ਰਹੇ। ਹੁਣ ਵਾਲੇ ਪੰਜਾਬ ਦਾ ਖਿਆਲ ਕਰਨਗੇ। ਇੰਨਾ ਫਰਕ ਜ਼ਰੂਰ ਹੈ, ਪਰ ਪਾਲਿਸੀਆਂ ਕੋਈ ਬਹੁਤੀਆਂ ਚੰਗੀਆਂ ਨਹੀਂ ਸਾਹਮਣੇ ਆ ਸਕੀਆਂ। ਜੀ ਬਿਲਕੁਲ ਸਹੀ ਗੱਲ ਹੈ ਡੱਲਾ ਜੀ, ਕਿਉਂਕਿ ਜੇ ਲੋਕਾਂ ਦੇ ਹਿੱਤ ਲਈ ਕੋਈ ਪਾਲਿਸੀ ਬਣਾਈ ਜਾਂਦੀ ਹੈ ਤਾਂ ਉਹ ਇਸ ਤਰੀਕੇ ਨਾਲ ਜ਼ਰੂਰ ਬਣਾਈ ਜਾਣੀ ਚਾਹੀਦੀ ਹੈ ਕਿ ਜਦੋਂ ਐਗਜ਼ੀਕਿਊਟ ਹੋਵੇ ਤਾਂ ਵਾਕਈ ਰੀਅਲ ਲਾਈਫ ਵਿੱਚ ਜੋ ਹੈ ਲੋਕਾਂ ਦਾ ਹਿੱਤ ਜ਼ਰੂਰ ਹੋਵੇ, ਜਿਸ ਇਰਾਦੇ ਨਾਲ ਪਾਲਿਸੀ ਬਣਾਈ ਜਾਂਦੀ ਹੈ। ਜੀ ਦੇਖੋ, ਹੁਣ ਮੈਂ ਭਗਵੰਤ ਮਾਨ ਜੀ ਸੁਣ ਰਿਹਾ ਸੀ, ਕਹਿੰਦੇ ਜੀ ਅਸੀਂ ਸੇਵਾ ਕੇਂਦਰ ਛੁੱਟੀ ਵਾਲੇ ਦਿਨ ਵੀ ਖੁੱਲਣਗੇ। ਕਹਿੰਦੇ ਜੀ ਅਸੀਂ ਇੰਨੀਆਂ ਸੇਵਾਵਾਂ ਆਨਲਾਈਨ ਕਰਤੀਆਂ। ਮੈਂ ਦਾਅਵੇ ਨਾਲ ਕਹਿ ਸਕਦਾ, ਅੱਜ ਕੱਲ ਪੰਜਾਬ 'ਚ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਬਿਜਲੀ ਦਾ ਲੋਡ ਵਧਾ ਰਹੇ ਨੇ, ਮੀਟਰਾਂ ਦਾ। ਜੀ ਤੁਸੀਂ ਆਨਲਾਈਨ ਅਪਲਾਈ ਕਰ ਲਓ, ਤੁਹਾਡਾ ਲੋਡ ਹੀ ਨਹੀਂ ਵੱਧਦਾ ਬਿਜਲੀ ਦਾ। ਉਹ ਗੇੜੇ ਮਾਰ ਲੋਕ ਅੱਕੇ ਪਏ ਨੇ। ਹੁਣ ਭਗਵੰਤ ਮਾਨ ਜੀ ਨੂੰ ਦੱਸੋ ਵੀ ਭਗਵੰਤ ਮਾਨ ਜੀ, ਤੁਸੀਂ ਤਾਂ ਕਹਿੰਦੇ ਸੀ ਸੇਵਾ ਕੇਂਦਰ ਵੀ ਛੁੱਟੀ ਵਾਲੇ ਦਿਨ ਕੰਮ ਕਰਨਗੇ, ਤੇ ਲੋਕ ਖੱਜਲ ਖੁਆਰ ਹੋ ਰਹੇ ਨੇ। ਜਿਹਨੇ ਲੋਡ ਵਧਾਉਣਾ ਹੈ ਉਹ ਬਿਜਲੀ ਬੋਰਡ ਦੇ ਗੇੜੇ ਮਾਰ ਥੱਕ ਜਾਂਦੇ ਆ ਲੋਕ। ਤੇ ਬਿਜਲੀ ਬੋਰਡ ਦੇ ਦਫ਼ਤਰਾਂ 'ਚ ਚਲੇ ਜਾਓ, ਧੁੱਪ 'ਚ ਐਡੀਆਂ ਲਾਈਨਾਂ ਲੱਗੀਆਂ ਹੋਈਆਂ ਹਰਜੋਤ ਜੀ, ਵੀ ਰਹੇ ਰੱਬ ਦਾ ਨਾਮ। ਸੋ ਐਡੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਲੋਕ ਬੜੇ ਔਖੇ ਨੇ। ਸੋ ਇਸ ਕਰਕੇ ਹਵਾਈ ਗੱਲਾਂ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਲੱਭਣਾ। ਸੋ ਅਗਰ ਜ਼ਮੀਨੀ ਪੱਧਰ ਤੇ ਮਸਲੇ ਹੱਲ ਹੋਣਗੇ ਤਾਂ ਹੀ ਵੋਟਾਂ ਪੈਣੀਆਂ ਨੇ। ਔਰ ਸੰਗਰੂਰ ਸਾਡੇ ਸਾਹਮਣੇ ਹੈ। ਬਿਲਕੁਲ ਜੀ ਡੱਲਾ ਜੀ, ਮੈਂ ਇੱਕ ਸਵਾਲ ਥੋੜਾ ਕਰਨਾ ਚਾਹੂੰਗੀ ਜ਼ਰੂਰ, ਜੋ ਜ਼ਰੂਰੀ ਹੈ, ਤੇ ਮੈਂ ਚਾਹੂੰਗੀ ਕਿ ਛੋਟੇ ਜਿਹੇ ਜਵਾਬ ਦੇ ਨਾਲ ਤੁਸੀਂ ਜ਼ਰੂਰ ਇਸ ਆਪਾਂ ਪ੍ਰੋਗਰਾਮ ਨੂੰ ਪੂਰਾ ਕਰੀਏ, ਕਿਉਂਕਿ ਅੱਜ ਖਾਸ ਦਿਨ ਹੈ। ਅੱਜ ਅਗਨੀਪਥ ਯੋਜਨਾ ਦੇ ਖਿਲਾਫ ਵੀ ਮਤਾ ਪੇਸ਼ ਹੋਣਾ ਹੈ ਸੈਸ਼ਨ ਦੇ ਵਿੱਚ, ਤੇ ਨਾਲ ਦੀ ਨਾਲ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਨੂੰ ਦਿੱਤੀ ਜਾਵੇ। ਕੀ ਸੰਭਾਵਨਾਵਾਂ ਲੱਗ ਰਹੀਆਂ ਨੇ? ਕਿਸ ਤਰ੍ਹਾਂ ਦੀ ਤਕਰਾਰੀਆਂ, ਕਿਸ ਤਰ੍ਹਾਂ ਦਾ ਮੁੱਦਾ ਉੱਠ ਸਕਦਾ ਇਹਨਾਂ ਮੁੱਦਿਆਂ ਤੇ? ਦੇਖੋ, ਪੰਜਾਬ ਯੂਨੀਵਰਸਿਟੀ ਲਈ ਵੀ ਪਿਛਲੀ ਅਕਾਲੀ ਦਲ ਦੀ ਸਰਕਾਰ ਤੇ ਕਾਂਗਰਸ ਦੀ ਸਰਕਾਰ ਜ਼ਿੰਮੇਦਾਰ ਹੈ। ਪੰਜਾਬ ਯੂਨੀਵਰਸਿਟੀ ਨੂੰ ਫੰਡ ਦੀਆਂ ਕਮੀਆਂ ਰਹੀਆਂ, ਨਹੀਂ ਹੋਣੀਆਂ ਚਾਹੀਦੀਆਂ ਸੀ। ਜਿੱਥੋਂ ਤੱਕ ਮਤਾ ਪਾਸ ਕਰਨਾ ਅੱਜ ਇਹਨਾਂ ਨੇ,
ਹੁਣ ਕਿਉਂਕਿ ਖਤਰਾ ਖੜਾ ਹੋ ਗਿਆ ਕਿਤੇ ਕੇਂਦਰ ਅਧੀਨ ਨਾ ਹੋ ਜੇ, ਕਿਉਂਕਿ ਵਿਦਿਆਰਥੀ ਖੜੇ ਹੋ ਗਏ ਅੰਦੋਲਨ ਲਈ। ਪਹਿਲਾਂ ਤਾਂ ਸਾਡੀ ਪੰਜਾਬ ਦੀ ਸਰਕਾਰ ਵੀ ਗੰਭੀਰ ਨਹੀਂ ਸੀ। ਜਿੱਦਣ ਵਿਦਿਆਰਥੀ ਪ੍ਰੋਟੈਸਟ ਕਰਨ ਆਏ ਉਦਣ ਤਾਂ ਲਾਠੀ ਚਾਰਜ ਹੋਇਆ ਉਹਨਾਂ ਤੇ। ਉਹ ਤਾਂ ਜਦੋਂ ਸਮਝ ਲੱਗਿਆ ਸਰਕਾਰ ਨੂੰ ਵੀ ਇਹ ਮੁੱਦਾ ਪੋਲੀਟੀਕਲ ਬਣ ਗਿਆ ਤੇ ਸਰਕਾਰ ਫੇਰ ਐਕਟਿਵ ਹੋਈ ਹੈ ਜੀ। ਸੋ ਜਦੋਂ ਹੜ੍ਹ ਆਇਆ ਹੋਵੇ ਨਾ, ਜਦ ਤੱਕ ਆਪਣੇ ਘਰੇ ਪਾਣੀ ਨਹੀਂ ਆਉਂਦਾ, ਲੋਕ ਐਂ ਕਹਿੰਦੇ ਨੇ ਵੀ ਇੰਨਾ ਖਤਰਨਾਕ ਨਹੀਂ ਹੈਗਾ ਹੜ੍ਹ। ਜਦੋਂ ਆਪਣੀਆਂ ਦੇਹੜੀਆਂ ਪਾਣੀ ਟੱਪ ਜਾਂਦਾ ਫੇਰ ਬੰਦਾ ਕਹਿੰਦਾ ਵੀ ਹੜ੍ਹ ਬਹੁਤ ਨੁਕਸਾਨ ਸਾਡਾ ਹੋ ਰਿਹਾ, ਨਹੀਂ ਆਉਣਾ ਚਾਹੀਦਾ ਸੀ ਹੜ੍ਹ। ਸੋ ਜਦੋਂ ਆਪਣੇ ਤੇ ਪੈਂਦੀ ਆ ਫੇਰ ਪਤਾ ਲੱਗਦਾ। ਸੋ ਜਦੋਂ ਇਹ ਪੋਲੀਟੀਕਲ ਮੁੱਦਾ ਬਣ ਗਿਆ ਤੇ ਸੰਗਰੂਰ ਦੀਆਂ ਚੋਣਾਂ ਸੀ ਤੇ ਫੇਰ ਮੁਲਾਕਾਤਾਂ ਸਿੱਖਿਆ ਮੰਤਰੀ ਨੇ ਵੀ ਕੀਤੀਆਂ ਵਿਦਿਆਰਥੀਆਂ ਨਾਲ, ਤੇ ਹੁਣ ਸਿੱਖਿਆ ਮੰਤਰੀ ਗੰਭੀਰ ਵੀ ਦਿਖ ਰਹੇ ਨੇ। ਦੇਰ ਆਏ ਦਰੁਸਤ ਆਏ, ਤੇ ਮੈਨੂੰ ਲੱਗਦਾ ਅੱਜ ਮਤਾ ਪਾਸ ਹੋਊਗਾ। ਇਹ ਤਾਂ ਕਹਿਤਾ ਇਹਨਾਂ ਨੇ ਵੀ ਕੇਂਦਰ ਯੂਨੀਵਰਸਿਟੀ ਸਾਨੂੰ ਦੇ ਦੇ, ਅਸੀਂ ਚਲਾ ਲਾਂਗੇ, ਪਰ ਉਹਦੇ ਬੜੇ ਮਸਲੇ ਨੇ। ਜਿਹੜੇ ਉਸ ਯੂਨੀਵਰਸਿਟੀ ਦੇ ਅਧਿਆਪਕ ਨੇ ਉਹ ਚਾਹੁੰਦੇ ਨੇ ਵੀ ਤੁਸੀਂ ਉਸੇ ਤਰ੍ਹਾਂ ਨਾਲ ਸਕੇਲ ਦਿਓ ਜਿਵੇਂ ਕੇਂਦਰ ਦੇ ਰਿਹਾ। ਹੁਣ ਇਹ ਗੱਲਾਂ ਤਾਂ ਕੀਤੀਆਂ ਜਾ ਰਹੀਆਂ ਨੇ। ਤੁਸੀਂ ਦੇਖੋ ਹਰਪਾਲ ਚੀਮਾ ਜੀ, ਉਹਨਾਂ ਨੇ ਵਿਧਾਨ ਸਭਾ 'ਚ ਸਪਸ਼ਟ ਕਰਤਾ ਕਿ ਜਿਹੜਾ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਜਿਹੜਾ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਕ ਬਕਾਇਆ ਮਿਲਣਾ ਹੈ, ਕਹਿੰਦੇ ਹੋਰ ਇੰਤਜ਼ਾਰ ਕਰਨਾ ਪਊਗਾ। ਸੋ ਬਕਾਏ ਦੇ ਪੈਸੇ ਦੇਣ ਦੀ ਤਾਂ ਸਥਿਤੀ ਸਰਕਾਰਾਂ ਦੀ ਹੈ ਨਹੀਂ ਸਾਡੇ। ਸੋ ਇਸ ਕਰਕੇ ਪੰਜਾਬ ਯੂਨੀਵਰਸਿਟੀ ਜੇ ਮਦਦ ਕਰੇ ਪੰਜਾਬ ਦੀ ਸਰਕਾਰ ਤਾਂ ਚੰਗੀ ਗੱਲ ਹੈ। ਦੂਸਰਾ ਅਗਨੀਪਥ ਸਕੀਮ ਹੈ, ਫੌਜ ਨੇ ਕਹਿਤਾ ਸਕੀਮ ਵਾਪਸ ਨਹੀਂ ਹੋਣੀ। ਕੇਂਦਰ ਸਰਕਾਰ ਨੇ ਕਹਿਤਾ ਕਿ ਕਈ ਤਰ੍ਹਾਂ ਦੀਆਂ ਸਾਡੀਆਂ ਅਸਮ ਰਾਈਫਲਸ ਨੇ ਜਾਂ ਹੋਰ ਰਿਕਰੂਟਮੈਂਟਸ ਨੇ, ਉਹਨਾਂ ਦੇ ਵਿੱਚ ਰਾਖਵਾਂਕਰਨ ਹੋਊਗਾ। ਹਰਿਆਣੇ ਨੇ ਕਹਿਤਾ ਜਿੰਨੇ ਅਗਨੀਵੀਰ ਆਉਣਗੇ ਅਸੀਂ ਪੁਲਿਸ 'ਚ ਭਰਤੀ ਕਰਾਂਗੇ। ਕੇਂਦਰ ਸਰਕਾਰ ਨੇ ਫੌਜ ਦੇ ਵਿੱਚ ਹੋਰ ਸਰਕਾਰੀ ਜਿਹੜੇ ਫੌਜ ਨਾਲ ਰੱਖਿਆ ਮਹਿਕਮੇ ਦੇ ਅਧੀਨ ਆਉਂਦੀਆਂ ਨੇ ਨੌਕਰੀਆਂ, ਉਹਨਾਂ 'ਚ ਰਿਜ਼ਰਵੇਸ਼ਨ ਕਹਿਤੀ। ਕੱਲ ਅੱਜ ਇਹਨਾਂ ਨੇ ਮਤਾ ਪਾਸ ਕਰਨਾ, ਵਿਰੋਧ 'ਚ ਕਰਨ ਮਤਾ ਪਾਸ। ਵਿਰੋਧ 'ਚ ਵਿਧਾਨ ਸਭਾ ਬਣੀ ਹੈ ਇਹੋ ਜਿਹੇ ਕੰਮਾਂ ਲਈ, ਸੜਕਾਂ ਤੇ ਜਾ ਕੇ ਨਹੀਂ ਵਿਰੋਧ ਕਰਨਾ ਚਾਹੀਦਾ ਫੌਜ ਦਾ। ਤੁਸੀਂ ਨੀਤੀਗਤ ਵਿਰੋਧ ਕਰ ਲਓ ਵਿਧਾਨ ਸਭਾ 'ਚ, ਪਰ ਨਾਲ ਤੁਸੀਂ ਇਹ ਵੀ ਕਹੋ ਕਿ ਜੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਰੱਖਿਆ ਮਹਿਕਮਾ ਰਿਜ਼ਰਵੇਸ਼ਨ ਦਊਗਾ, ਤੇ ਪੰਜਾਬ ਦੀ ਸਰਕਾਰ ਵੀ ਕਵੇ ਹਰਿਆਣੇ ਦੀ ਤਰ੍ਹਾਂ ਕਿ ਜੇ ਹਰਿਆਣਾ ਭਰਤੀ ਕਰੂਗਾ ਉਹਨਾਂ ਨੂੰ ਪੁਲਿਸ 'ਚ ਸਾਰਿਆਂ ਨੂੰ, ਤੇ ਅਸੀਂ ਵੀ ਕਰਾਂਗੇ। ਅਸੀਂ ਪੁਲਿਸ 'ਚ ਭਰਤੀ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਜੇਲ੍ਹਾਂ 'ਚ ਭਰਤੀ ਕਰ ਸਕਦੇ ਹਾਂ। ਤੁਸੀਂ ਦੇਖੋ ਸਾਡੀਆਂ ਜੇਲ੍ਹਾਂ ਦੀ ਸੁਰੱਖਿਆ ਲਈ CRPF ਮੰਗਾਈ ਗਈ ਹੈ, ਤੇ ਤੁਸੀਂ ਅਗਨੀਵੀਰ ਅਗਰ ਨੇ ਉਹਨਾਂ ਨੂੰ ਜੇਲ੍ਹਾਂ ਦੀ ਸੁਰੱਖਿਆ ਤੇ ਲਾਓ, ਔਰ ਉਹ ਸਾਰੇ ਨੌਜਵਾਨ ਮੁੰਡੇ ਹੋਣਗੇ, ਜਵਾਨ ਹੋਣਗੇ, ਨੌਜਵਾਨ। ਸੋ ਗੱਲ ਇਹ ਹੈ ਵੀ ਇੱਛਾ ਸ਼ਕਤੀ ਇਹ ਵੀ ਹੋਣੀ ਚਾਹੀਦੀ ਹੈ ਵੀ ਕੱਲੀ ਸਿਆਸਤ ਨਹੀਂ ਕਰਨੀ, ਕੱਲੇ ਕੇਂਦਰ ਨੂੰ ਨਿੰਦਣ ਦੀ ਸਿਆਸਤ ਨਾਲ ਕੁਝ ਨਹੀਂ ਹੋਣਾ। ਮੈਂ ਸੁਣ ਰਿਹਾ ਸੀ ਇੱਕ ਵਿਧਾਇਕ ਸਾਹਿਬ ਬੋਲ ਰਹੇ ਸੀ ਵੀ ਸਾਡੀ ਸਰਕਾਰ 25,000 ਘਰਾਂ ਦੀ ਯੋਜਨਾ ਲੈ ਕੇ ਆ ਰਹੀ ਹੈ। ਮੈਂ ਸੋਚਿਆ ਕਿ ਪੰਜਾਬ ਦੀ ਸਰਕਾਰ 25,000 ਘਰ ਬਣਾ ਕੇ ਦੇ ਦੂ ਹਰਜੋਤ ਜੀ? ਤੁਹਾਨੂੰ ਲੱਗਦਾ 25,000 ਘਰ ਬਣਾ ਕੇ ਦੇ ਦੂ? ਜੀ ਤੁਸੀਂ ਦੇਖੋ ਆ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਬਕਾਏ ਦੇਣ ਦੇ ਤਾਂ ਪੈਸੇ ਹੈ ਨਹੀਂ। ਇਹ ਕੇਂਦਰ ਸਰਕਾਰ ਦੀ ਸਕੀਮ ਯੋਜਨਾ ਹੈ, ਇਹ ਕੇਂਦਰ ਸਰਕਾਰ ਦੀ ਯੋਜਨਾ ਹੈ ਪੂਰੇ ਮੁਲਕ 'ਚ ਜ਼ਰੂਰਤਮੰਦ ਲੋਕਾਂ ਲਈ ਘਰ ਬਣਾਉਣ ਦੀ, ਤੇ ਮਾੜਾ ਮੋਟਾ ਹਿੱਸਾ ਸੂਬੇ ਵਾਲਿਆਂ ਨੇ ਵੀ ਪਾਉਣਾ ਹੈ। ਇਸ ਕਰਕੇ ਹਰ ਗੱਲ ਤੇ ਜਿੱਥੇ ਤਾਂ ਕੇਂਦਰ ਦਾ ਇਹਨਾਂ ਨੇ ਪੰਜਾਬੀ 'ਚ ਕਹਿੰਦੇ ਨੇ ਵਿਰੋਧ ਕਰਨਾ ਹੁੰਦਾ, ਉੱਥੇ ਤਾਂ ਹਰ ਗੱਲ ਕੇਂਦਰ ਤੇ ਵੀ ਕੇਂਦਰ ਆਹ ਨਹੀਂ ਕਰਦਾ, ਕੇਂਦਰ ਆਹ ਨਹੀਂ ਕਰਦਾ। ਜਿੱਥੇ ਕੇਂਦਰ ਦੀਆਂ ਸਕੀਮਾਂ ਆਉਂਦੀਆਂ ਨੇ ਉੱਥੇ ਉਹਨਾਂ ਦਾ ਜ਼ਿਕਰ ਹੀ ਨਹੀਂ ਕਰਦੇ। ਉੱਥੇ ਕਹਿ ਦਿੰਦੇ ਵੀ ਆਹ ਲਓ ਜੀ ਸਾਡੀ ਹੈ। ਜਿਵੇਂ ਸਿਹਤ ਬੀਮਾ ਯੋਜਨਾ ਸੀ, ਇਹ ਕੇਂਦਰ ਸਰਕਾਰ ਦੀ ਸਕੀਮ ਹੈ ਜੀ। ਇਹ ਪੰਜਾਬ ਸਰਕਾਰ ਵਾਲੇ ਵੀ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਵੀ ਇਹ ਕੇਂਦਰ ਦੀ ਸਕੀਮ ਹੈ। ਇਹ ਤਾਂ ਕਹਿੰਦੇ ਜੀ ਅਸੀਂ ਕਰ ਰਹੇ ਹਾਂ ਜੋ ਕੁਝ ਕਰ ਰਹੇ ਹਾਂ। ਐਂਬੂਲੈਂਸ ਸੇਵਾ ਦੇ ਵੀ ਬਾਦਲ ਸਾਹਿਬ ਦੀ ਫੋਟੋ ਚੱਲਦੀ ਰਹੀ, ਤੇ ਪਿੰਡ ਵਾਲਿਆਂ ਨੂੰ ਇਹ ਲੱਗਦਾ ਸੀ ਵੀ ਇਕੱਲੇ ਬਾਦਲ ਸਾਹਿਬ ਹੀ ਐਂਬੂਲੈਂਸ ਭੇਜ ਰਹੇ ਆ, ਜਦਕਿ ਉਹ 'ਚ ਕੇਂਦਰ ਦਾ ਵੀ ਯੋਗਦਾਨ ਸੀ। ਸੋ ਇਸ ਕਰਕੇ ਜਿਹੜੀ ਸਿਆਸਤ ਹੈ ਉਹ ਦਿਖਾਵੇ ਦੀ ਸਿਆਸਤ ਜ਼ਿਆਦਾ ਹੋ ਗਈ। ਦਿਖਾਵੇ ਦੀ ਸਿਆਸਤ ਤੋਂ ਥੋੜਾ ਬਹੁਤਾ ਗੁਰੇਜ਼ ਕਰਨਾ ਚਾਹੀਦਾ, ਔਰ ਲੋਕਾਂ ਨੂੰ ਪੂਰੇ ਫੈਕਟ ਯੋਜਨਾਵਾਂ ਦੇ ਉਹ ਬਾਹਰ ਰੱਖਣੇ ਚਾਹੀਦੇ ਨੇ। ਹੁਣ ਤੁਸੀਂ ਦੇਖੋ ਉਂਝ ਤਾਂ ਪੇਪਰਲੈਸ ਬਜਟ ਸੀ, ਪਰ ਇੱਕ ਕਿਤਾਬਚਾ ਵੀ ਛਾਪਿਆ ਗਿਆ। 36 ਤਰ੍ਹਾਂ ਦੇ ਇਸ਼ਤਿਹਾਰ ਦਿੱਤੇ ਜਾਂਦੇ ਨੇ, 36 ਤਰ੍ਹਾਂ ਦੇ ਇਸ਼ਤਿਹਾਰ।
ਤੇ ਫਿਰ ਬਜਟ ਹੀ ਛਾਪ ਦਿੰਦੇ ਸਾਰਾ। ਜਿਹੜੀ ਕਿਤਾਬ ਵਿਧਾਇਕਾਂ ਨੂੰ ਵੰਡੀ ਹੈ ਉਹ ਪੂਰੀ ਕਿਤਾਬ ਹੀ ਛਾਪ ਦਿੰਦੇ ਅਖਬਾਰਾਂ 'ਚ। ਮੈਂ ਤਾਂ ਕਹਿੰਦਾ ਜਿੰਨੇ ਅਖਬਾਰ ਛਪਦੇ ਨੇ, ਜਿੰਨੇ ਵੀ ਅਖਬਾਰ ਛਪਦੇ ਨੇ, ਮੈਨੂੰ ਲੱਗਦਾ ਪੰਜਾਬ 'ਚ ਸਾਰੇ ਅਖਬਾਰਾਂ ਦੀਆਂ ਕਾਪੀਆਂ ਹਰਜੋਤ ਜੀ 20 ਲੱਖ ਤੋਂ ਵੱਧ ਨਹੀਂ ਛਪਦੀਆਂ ਹੋਣੀਆਂ ਪੰਜਾਬ 'ਚ। ਸਾਰੇ ਅਖਬਾਰ ਛੋਟੇ ਵੱਡੇ ਪਾ ਕੇ 20 ਲੱਖ ਤੋਂ ਵੱਧ ਨਹੀਂ ਛਪਦੀਆਂ ਹੋਣੀਆਂ। ਤੇ ਉਹ ਅਖਬਾਰ ਵਾਲਿਆਂ ਨੂੰ ਹੀ ਕਹਿ ਦਿੰਦੇ 20 ਲੱਖ ਕਾਪੀਆਂ ਭੇਜ ਕੇ ਵੀ ਭਾਈ ਇੱਕ ਇੱਕ ਦੇ ਘਰੇ ਅਖਬਾਰ ਨਾਲ ਦੇ ਦਿਓ। ਤੇ ਉੱਥੇ ਵੀ ਕਾਪੀਆਂ ਘੱਟ ਲੱਗਣੀਆਂ ਸੀ। ਕਈ ਤਾਂ ਸਾਡੇ ਵਰਗੇ 5-5 6-6 ਅਖਬਾਰ ਮੰਗਾਉਂਦੇ ਆ, ਉੱਥੇ ਇੱਕ ਇੱਕ ਕਾਪੀ ਭੇਜ ਦਿੰਦੇ। ਸੋ ਇਹ ਸਰਕਾਰਾਂ ਨੂੰ ਇਹ ਜ਼ਿੰਮੇਵਾਰੀ ਚੱਕਣੀ ਪੈਣੀ ਆਉਣ ਵਾਲੇ ਸਮੇਂ ਦੇ ਵਿੱਚ। ਅਗਰ ਅਸੀਂ ਬਿਲਕੁਲ ਐਜੂਕੇਟ ਕਰਨਾ ਹੈ, ਬਿਲਕੁਲ ਟਰਾਂਸਪੇਰੈਂਸੀ ਨਾਲ ਜੇ ਅਸੀਂ ਕੰਮ ਕਰਨਾ ਹੈ, ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ। ਪਰ ਪਤਾ ਨਹੀਂ ਸਾਡੇ ਮੁਲਕ 'ਚ ਚੀਜ਼ਾਂ ਕਦੋਂ ਹੋਣਗੀਆਂ ਹਰਜੋਤ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਸੋ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਉਮੀਦ ਰਹਿੰਦੀ ਕਿ ਕਦੋਂ ਸਿਸਟਮ ਦਰੁਸਤ ਹੋਏਗਾ ਤੇ ਕਦੋਂ ਸਹੀ ਦਿਸ਼ਾ ਵੱਲ ਅਸੀਂ ਵੀ ਚੱਲ ਸਕਾਂਗੇ। ਸੋ ਫਿਲਹਾਲ ਬਹੁਤ-ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਖਬਰਾਂ ਦੇ ਉੱਪਰ ਖੁੱਲ ਕੇ ਚਰਚਾ ਕੀਤੀ ਹੈ, ਦਰਸ਼ਕਾਂ ਤੱਕ ਪੂਰੀ ਜਾਣਕਾਰੀ ਪਹੁੰਚਾਈ ਹੈ। ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ, ਜੁੜਦੇ ਨੇ ਸਾਡੇ ਨਾਲ, ਆਪਣੇ ਸੁਝਾਅ ਸਾਡੇ ਤੱਕ ਭੇਜਦੇ ਨੇ। ਇਸ ਦੇ ਨਾਲ ਹੀ ਮੈਨੂੰ ਵੀ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ। ਬਹੁਤ ਧੰਨਵਾਦ।